ਹੈਲੋ एवरीवन ਵੈਲਕਮ ਬੈਕ ਟੂ CBL's YouTube ਚੈਨਲ। ਵੈਲ ਜਿੱਦਾਂ ਕਿ ਤੁਸੀਂ ਜਾਣਦੇ ਹੋ PPSC ਨੇ PCS ਐਗਜ਼ੀਕਿਊਟਿਵ ਯਾਨੀ ਕਿ ਰਜਿਸਟਰ A2 ਤੇ ਰਜਿਸਟਰ C ਦੀ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤੀ ਹੈ ਤੇ ਇਸੇ ਦੇ ਨਾਲ ਅਸੀਂ CBL ਦੇ ਇਸ YouTube ਪਲੇਟਫਾਰਮ ਤੇ ਤੁਹਾਡੇ ਵਾਸਤੇ ਇੱਕ ਸਪੈਸ਼ਲ ਸੀਰੀਜ਼ ਲੈ ਕੇ ਆਏ ਹਾਂ ਜਿਹਦੇ ਵਿੱਚ ਕਿ PCS ਐਗਜ਼ੀਕਿਊਟਿਵ ਦੇ ਪਾਸਟ ਵਿੱਚ ਪਹਿਲਾਂ ਜਿੰਨੇ ਪੇਪਰ ਹੋਏ ਨੇ ਉਹਨਾਂ ਸਾਰਿਆਂ ਪੇਪਰਸ ਨੂੰ ਅਸੀਂ ਈਅਰ ਵਾਈਜ਼ ਤੇ ਸਬਜੈਕਟ ਵਾਈਜ਼ ਡੀਕੋਡ ਕਰਦੇ ਪਏ ਹਾਂ ताकि सानू एक क्लीयर होवे कि जिहड़ा इन्ना वड्डा सिलेबस है ਉਹ ਸਿਲੇਬਸ ਵਿੱਚੋਂ PPSC ਕਿਸ ਤਰ੍ਹਾਂ ਕੁਐਸਚਨਸ ਫਰੇਮ ਕਰਦੀ ਹੈ ਉਹ ਕਿਹੜੇ-ਕਿਹੜੇ ਟੌਪਿਕਸ ਨੇ ਜੋ PPSC ਦੇ ਫੇਵਰਿਟ ਨੇ ਜਿੱਥੋਂ ਘੁਮਾ ਫਿਰਾ ਕੇ ਹਰ ਸਾਲ ਸਾਨੂੰ ਕੁਐਸਚਨਸ ਦੇਖਣ ਲਈ ਮਿਲ ਜਾਂਦੇ ਨੇ ਉਹ ਹਾਈ ਯੀਲਡ ਟੌਪਿਕ ਸਾਡੇ ਐਗਜ਼ਾਮ ਲਈ ਕਿਹੜੇ ਰਹਿਣ ਵਾਲੇ ਨੇ ਕਿਹੜੇ ਟੌਪਿਕ ਨੂੰ ਕਿੰਨੀ ਡੈਪਥ ਤੱਕ ਪੜ੍ਹਨਾ ਹੈ ਇਹ ਸਾਰਾ ਕੁਝ ਸਾਨੂੰ PYQ ਐਨਾਲਿਸਿਸ ਤੋਂ ਪਤਾ ਲੱਗਦਾ ਹੈ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ 2017 ਦਾ PCS ਐਗਜ਼ੀਕਿਊਟਿਵ ਬ੍ਰਾਂਚ ਦਾ ਪੇਪਰ ਡਿਸਕਸ ਕਰ ਰਹੀ ਹਾਂ ਤੇ ਇਸ 2017 ਦੇ ਪੇਪਰ ਵਿੱਚੋਂ ਅਸੀਂ ਚੁਣ ਕੇ ਅੱਜ ਜੀਓਗ੍ਰਾਫੀ ਸਬਜੈਕਟ ਦੇ ਪੇਪਰ ਕੁਐਸਚਨਸ ਨੂੰ ਡਿਸਕਸ ਕਰਾਂਗੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਸਾਡੇ ਪਹਿਲੇ ਕੁਐਸਚਨ ਦੇ ਨਾਲ ਨਾਓ ਥਿਸ ਇਜ਼ ਆਵਰ ਫੋਰਥ ਵੀਡੀਓ ਇਸ ਤੋਂ ਪਹਿਲਾਂ ਅਸੀਂ ਲੇਟੈਸਟ ਪੈਟਰਨ ਜੋ ਸੀਗਾ 2024 ਦਾ ਅਸੀਂ ਉਹਦੇ ਵਿੱਚੋਂ ਜੀਓਗ੍ਰਾਫੀ ਦੇ ਕੁਐਸਚਨਸ ਦੇਖੇ 2019 ਦਾ ਵੀ ਅਸੀਂ ਪੇਪਰ ਡਿਸਕਸ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਅਸੀਂ 2014 ਦਾ ਪੇਪਰ ਵੀ ਕਵਰ ਕਰ ਚੁੱਕੇ ਸੀ this is our fourth video in that series ਤੇ ਹੁਣ ਤੱਕ ਚੌਥਾ ਪੇਪਰ ਡਿਸਕਸ ਕਰਨ ਲੱਗੇ ਆ ਤੇ ਸਾਨੂੰ ਇਹ ਤਾਂ ਸਮਝ ਆ ਗਿਆ ਕਿ PPSC ਦੇ ਇਸ ਐਗਜ਼ੀਕਿਊਟਿਵ ਬ੍ਰਾਂਚ ਦਾ ਜੋ ਪੇਪਰ ਜੋ ਹੁੰਦਾ ਹੈ ਇਹਦੇ ਵਿੱਚ ਇਕਨੋਮਿਕ ਜੀਓਗ੍ਰਾਫੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਹਰ ਸਾਲ PPSC ਦਾ ਇੱਕ ਸਪੈਸ਼ਲ ਫੋਕਸ ਰਹਿੰਦਾ ਹੈ ਇਕਨੋਮਿਕ ਜੀਓਗ੍ਰਾਫੀ ਦੇ ਵਿੱਚ ਲਾਸਟ ਵੀਡੀਓ ਵਿੱਚ ਜਦੋਂ ਅਸੀਂ 2019 ਦਾ ਪੇਪਰ ਡਿਸਕਸ ਕੀਤਾ ਉਹਦੇ ਵਿੱਚ ਅਸੀਂ ਦੇਖਿਆ ਕਿ ਮੈਜੋਰਿਟੀ ਜਿਹੜੇ ਜੀਓਗ੍ਰਾਫੀ ਦੇ ਕੁਐਸਚਨ ਸੀਗੇ ਉਹ ਇਕਨੋਮਿਕ ਜੀਓਗ੍ਰਾਫੀ ਤੋਂ ਹੀ ਆਏ ਸੀ ਇਕਨੋਮਿਕ ਜੀਓਗ੍ਰਾਫੀ ਦੇ ਵਿੱਚ ਅਸੀਂ ਮਿਨਰਲਸ ਬਾਰੇ ਪੜ੍ਹਨਾ ਹੁੰਦਾ ਹੈ ਮਿਨਰਲਸ ਦੀ ਡਿਸਟ੍ਰੀਬਿਊਸ਼ਨ ਮਾਈਨਿੰਗ ਏਰੀਆਸ ਕਿਹੜੇ-ਕਿਹੜੇ ਨੇ ਕਿਹੜੀਆਂ ਸਟੇਟਸ ਲਾਰਜੈਸਟ ਪ੍ਰੋਡਿਊਸਰਸ ਨੇ ਇੱਕ ਪਾਰਟਿਕੂਲਰ ਮਿਨਰਲ ਜਾਂ ਰਿਸੋਰਸ ਨੂੰ ਲੈ ਕੇ ਇੰਡੀਆ ਦੀ ਮਿਨਰਲਸ ਐਂਡ ਰਿਸੋਰਸ ਡਿਸਟ੍ਰੀਬਿਊਸ਼ਨ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਲੋਂਗ ਵਿਦ ਇੰਡਸਟਰੀਜ਼ ਇਹ ਸਾਰਾ ਕੁਝ ਅਸੀਂ ਕਵਰ ਕਰਦੇ ਹੋਏ ਆ ਰਹੇ ਹਾਂ ਤੇ ਅੱਜ ਦਾ ਪਹਿਲਾ ਕੁਐਸਚਨ ਵੀ ਮਿਨਰਲ ਜੀਓਗ੍ਰਾਫੀ ਤੋਂ ਹੀ ਰਿਲੇਟ ਕਰਦਾ ਹੈ ਇੱਕ ਪਾਸੇ ਤੁਹਾਡੇ ਕੋਲ ਕੁਝ ਮਿਨਰਲਸ ਦਿੱਤੇ ਗਏ ਨੇ ਤੇ ਦੂਸਰੀ ਤਰਫ ਇੰਪੋਰਟੈਂਟ ਮਾਈਨਿੰਗ ਏਰੀਆਸ ਦਿੱਤੇ ਗਏ ਨੇ ਮਿਨਰਲ ਰੀਜਨਸ ਦਿੱਤੇ ਗਏ ਨੇ ਤੇ ਤੁਹਾਨੂੰ ਮੈਚ ਕਰਨ ਵਾਸਤੇ ਇਹ ਕੁਐਸਚਨ ਪਾਇਆ ਗਿਆ ਹੈ ਜੇ ਆਪਾਂ ਮਾਈਨਿੰਗ ਏਰੀਆਸ ਦੀ ਗੱਲ ਕਰੀਏ ਤਾਂ ਚੂਰੂ ਕੋਇਲੀ ਹੁੱਤੀ ਤੇ ਕਟਨੀ ਇਹ ਚਾਰ ਏਰੀਆਸ ਦਿੱਤੇ ਗਏ ਨੇ ਤੇ ਨਾਲ ਹੈਗੇ ਨੇ ਚਾਰ ਮਿਨਰਲਸ ਜਿਹਦੇ ਵਿੱਚ ਕੀ ਰੌਕ ਸਾਲਟ ਆ ਜਾਂਦਾ ਹੈ ਅਸੀਂ ਕੱਲ ਦੇ ਪੇਪਰ ਜੋ ਅਸੀਂ ਪਹਿਲਾਂ ਡਿਸਕਸ ਕੀਤਾ ਸੀ ਉਹਦੇ ਵਿੱਚ ਵੀ ਸਾਲਟ ਦੇ ਉੱਤੇ ਕੁਐਸਚਨ ਦੇਖਿਆ ਸੀ ਦੈਨ 골ਡ ਆ ਜਾਂਦਾ ਹੈ ਫਿਰ 골ਡ ਰਿਪੀਟ ਹੋਇਆ ਹੈ ਪਹਿਲਾਂ ਵੀ 골ਡ ਉੱਤੇ ਕੁਐਸਚਨ ਆ ਚੁੱਕਿਆ ਹੈ ਪੈਟਰੋਲੀਅਮ ਉੱਤੇ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਤੇ ਲਾਈਮਸਟੋਨ ਅੱਜ ਦਾ ਇੱਕ ਹੋਰ ਆਪਸ਼ਨ ਦੇ ਤੌਰ ਤੇ ਦਿੱਤਾ ਗਿਆ ਹੈ ਵਨ ਬਾਈ ਵਨ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੌਕ ਸਾਲਟ ਦੀ ਦੇਖੋ ਜਦੋਂ ਵੀ ਆਪਾਂ ਸਾਲਟ ਦੀ ਗੱਲ ਕਰਦੇ ਹਾਂ ਨਾ ਸਾਲਟ ਸਾਡੇ ਕੋਲ 3 ਟਾਈਪਸ ਦਾ ਹੁੰਦਾ ਹੈ ਇੱਕ ਹੁੰਦਾ ਹੈ ਸੀ ਸਾਲਟ ਇਸ ਤੋਂ ਇਲਾਵਾ ਸਾਡੇ ਕੋਲ ਹੁੰਦਾ ਹੈ ਲੇਕ ਸਾਲਟ ਤੇ ਤੀਸਰਾ ਹੁੰਦਾ ਸਾਡੇ ਕੋਲ ਰੌਕ ਸਾਲਟ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿਸ ਤਰੀਕੇ ਦੇ ਨਾਲ ਸਾਲਟ ਦੀ ਪ੍ਰੋਡਕਸ਼ਨ ਹੋ ਰਹੀ ਹੈ ਉਹਦੇ ਬੇਸਿਸ ਤੇ ਟਾਈਪ ਆਫ ਸਾਲਟ ਆਂਦਾ ਹੈ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਲੇਕ ਸਾਲਟ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਅਸੀਂ ਦਿਦਵਾਨਾ ਲੇਕ ਦੀ ਗੱਲ ਕੀਤੀ ਤੇ ਦੇਖਿਆ ਕਿ ਦਿਦਵਾਨਾ ਲੇਕ ਰਾਜਸਥਾਨ ਵਿੱਚ ਹੈ ਤੇ ਉੱਥੇ ਅੱਛਾ ਖਾਸਾ ਸਾਲਟ ਪ੍ਰੋਡਿਊਸ ਹੁੰਦਾ ਹੈ ਅੱਜ ਦੇ ਪੇਪਰ ਵਿੱਚ ਸਾਨੂੰ ਰੌਕ ਸਾਲਟ ਬਾਰੇ ਪੁੱਛਿਆ ਗਿਆ ਹੈ ਐਂਡ ਏਰੀਆਜ਼ ਲੋਕੇਟ ਕਰਨ ਲਈ ਕਿਹਾ ਗਿਆ ਹੈ ਨਾਓ ਯਾਦ ਰੱਖੋਗੇ ਰੌਕ ਸਾਲਟ ਦੀ ਇੱਕ ਇੰਪੋਰਟੈਂਟ ਲੋਕੇਸ਼ਨ ਹੈ ਜਿਹਦਾ ਨਾਮ ਹੈ ਚੂਰੂ ਔਰ ਇਹ ਵੀ ਕਿੱਥੇ ਲੋਕੇਟਡ ਹੈ ਦਿਸ ਇਜ਼ ਆਲਸੋ ਲੋਕੇਟਡ ਇਨ ਰਾਜਸਥਾਨ and Gujarat for that matter they are famous for salt production ਰਾਜਸਥਾਨ ਦੇ ਵਿੱਚ ਤਾਂ ਬਹੁਤ ਸਾਰੀਆਂ ਲੇਕਸ ਨੇ ਸਾਂਬਰ ਲੇਕ ਦਿਦਵਾਨਾ ਲੇਕ ਜਿੱਥੋਂ ਕੀ ਲੇਕ ਸਾਲਟ ਪ੍ਰੋਡਿਊਸ ਕੀਤਾ ਜਾਂਦਾ ਹੈ ਤੇ ਨਾਲ ਹੀ ਰੌਕ ਸਾਲਟ ਵੀ ਸਾਨੂੰ ਉੱਥੋਂ ਮਿਲਦਾ ਹੈ ਰੌਕ ਸਾਲਟ ਬੇਸਿਕਲੀ ਨਾ ਸੈਡੀਮੈਂਟਰੀ ਫਾਰਮੇਸ਼ਨਸ ਤੋਂ ਮਿਲਦਾ ਹੈ ਕੋਈ ਇਹੋ ਜਿਹੀ ਲੋਕੇਸ਼ਨ ਕੋਈ ਐਸੀ ਜਗ੍ਹਾ ਜਿੱਥੇ ਓਵਰ ਦ ਪੀਰੀਅਡ ਆਫ ਟਾਈਮ ਜੋ ਮਿਨਰਲਸ ਹੈ ਉਹ ਅਕਿਊਮੂਲੇਟ ਹੁੰਦੇ ਜਾ ਰਹੇ ਨੇ ਤਾਂ ਇਹੋ ਜਿਹੇ ਏਰੀਆ ਵਿੱਚੋਂ ਸਾਡੇ ਕੋਲ ਰੌਕ ਸਾਲਟ ਸਾਨੂੰ ਦੇਖਣ ਲਈ ਮਿਲ ਜਾਂਦਾ ਹੈ ਐਂਡ ਚੂਰੂ ਇਜ਼ ਐਨ ਇੰਪੋਰਟੈਂਟ ਲੋਕੇਸ਼ਨ ਜੋ ਕਿ ਰਾਜਸਥਾਨ ਵਿੱਚ ਲੋਕੇਟਡ ਹੈ ਵਿਚ ਇਜ਼ ਫੇਮਸ ਫॉर ਇਟਸ ਰੌਕ ਸਾਲਟ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਸਾਡੇ ਕੋਲ ਨੈਕਸਟ ਆ ਜਾਂਦਾ ਹੈ 골ਡ
ਨਾ ਗੋਲਡ ਦੀ ਜੇ ਆਪਾਂ ਗੱਲ ਕਰੀਏ, ਸੋ ਅਸੀਂ ਕੱਲ ਇੱਕ ਫਾਰਮੂਲਾ ਯਾਦ ਕੀਤਾ ਸੀ। ਫਾਰਮੂਲਾ ਇਹ ਸੀ ਕਿ ਗੋਂਡਵਾਨਾ ਦੇ ਵਿੱਚ ਹਮੇਸ਼ਾ ਕੋਲ ਮਿਲੂਗਾ, ਧਾਰਵਾੜ ਵਾਲਾ ਜਿਹੜਾ ਏਰੀਆ ਹੈ ਉਹਦੇ ਵਿੱਚ ਸਾਨੂੰ 골ਡ ਤੇ ਆਇਰਨ ਮਿਲੂਗਾ। ਐਂਡ ਅਸੀਂ ਲਾਸਟ ਵੀਡੀਓ ਦੇ ਵਿੱਚ ਮੈਪ ਵੀ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਜਿਹੜਾ ਸਾਡਾ ਸਾਊਥ ਇੰਡੀਆ ਹੈ, ਐਂਡ ਸਾਊਥ ਇੰਡੀਆ ਵਿੱਚ ਵੀ ਜੇਕਰ ਅਸੀਂ ਇਸ ਪਾਰਟ ਦੀ ਗੱਲ ਕਰੀਏ, ਜਿਹੜਾ ਸਾਡਾ ਕਰਨਾਟਕਾ ਕੇਰਲਾ ਵਾਲਾ ਜਿਹੜਾ ਏਰੀਆ ਹੈ, ਇੱਥੇ ਸਾਨੂੰ ਅੱਛੀ ਖਾਸੀ ਧਾਰਵਾੜ ਰੌਕਸ ਮਿਲਦੀਆਂ ਨੇ ਔਰ ਉਸ ਧਾਰਵਾੜ ਰੌਕਸ ਦੇ ਵਿੱਚ ਸਾਨੂੰ 골ਡ ਮਿਲਦਾ ਹੈ। ਕਰਨਾਟਕਾ ਇਜ਼ ਫੇਮਸ for gold mine and Karnataka the very important most important gold mine ਜਿਹੜੀ ਹੈਗੀ ਹੈ that is Hutti gold mine। ਕੁਝ ਵੀ ਹੋ ਜੇ ਇਹ ਤੁਸੀਂ ਨਹੀਂ ਭੁੱਲਣਾ ਕਿ ਜੋ Hutti gold mine ਹੈ ਇਹ ਕਿੱਥੋਂ ਮਿਲਦੀ ਹੈ, ਕਿੱਥੇ ਹੈਗੀ ਹੈ, ਕਰਨਾਟਕਾ ਦੇ ਵਿੱਚ। ਤੇ ਇੱਥੋਂ ਕੀ ਇਹਨੂੰ ਐਕਸਟ੍ਰੈਕਟ ਕੀਤਾ ਜਾਂਦਾ ਹੈ, 골ਡ ਐਕਸਟ੍ਰੈਕਟ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਅਸੀਂ 골ਡ ਦੇ ਟਰਮਸ ਵਿੱਚ ਹੀ ਕੋਲਾਰ ਮਾਈਨਸ ਦੀ ਵੀ ਗੱਲ ਕੀਤੀ ਸੀ। ਕੋਲਾਰ 골ਡ ਫੀਲਡਸ ਵੀ ਇੱਥੇ ਇਹਦੇ ਨਾਲ ਹੀ ਰਿਲੇਟਡ ਨੇ, ਕਿਉਂਕਿ ਇਹ ਸਾਰਾ ਏਰੀਆ ਇੱਥੇ ਕੀ ਹੈ, ਇਹ ਸਾਰਾ ਦਾ ਸਾਰਾ ਏਰੀਆ ਇੱਥੇ ਧਾਰਵਾੜ ਰੌਕ ਸਿਸਟਮ ਦਾ ਹੈ ਤੇ ਧਾਰਵਾੜ ਰੌਕਸ ਦੇ ਵਿੱਚ 골ਡ ਮਿਲਦਾ ਹੈ, ਆਇਰਨ ਮਿਲਦਾ ਹੈ, ਮੈਂਗਨੀਜ਼ ਮਿਲਦਾ ਹੈ। ਤੇ ਇਸ ਕਰਕੇ ਆਪਸ਼ਨ ਦੇ ਵਿੱਚ ਆਇਆ ਹੈ ਹੁਤੀ। ਕਦੇ ਵੀ ਹੁਤੀ ਆਇਆ ਹੋਵੇ, ਕੋਲਾਰ ਆਇਆ ਹੋਵੇ, ਅੱਖ ਬੰਦ ਕਰਕੇ ਉਹਨੂੰ ਹਮੇਸ਼ਾ ਕਿਹਦੇ ਨਾਲ ਮੈਚ ਕਰਨਾ ਹੈ, 골ਡ ਨਾਲ ਮੈਚ ਕਰਨਾ ਹੈ, ਬਿਕਾਜ਼ ਦੇ ਆਰ ਇੰਪੋਰਟੈਂਟ ਫॉर ਐਕਸਟ੍ਰੈਕਸ਼ਨ ਆਫ 골ਡ। ਉਥੋਂ 골ਡ ਜਿਹੜਾ ਹੈਗਾ ਮਾਈਨ ਕੀਤਾ ਜਾਂਦਾ ਹੈ। फाइन एवरीवन, ठीक है जी। ਤਾਂ ਰੌਕ ਸਾਲਟ ਸਾਨੂੰ ਰਾਜਸਥਾਨ ਤੋਂ ਮਿਲ ਗਿਆ। ਸਾਲਟ ਸੋਚਦੇ ਹੀ ਰਾਜਸਥਾਨ ਬਾਰੇ ਸੋਚਣਾ ਹੈ, ਚਾਹੇ ਉਹ ਤੁਹਾਡਾ ਲੇਕ ਸਾਲਟ ਹੋਵੇ, ਚਾਹੇ ਉਹ ਰੌਕ ਸਾਲਟ ਹੋਵੇ। 골ਡ ਜਦੋਂ ਆਪਾਂ ਬੋਲਿਆ ਤਾਂ ਧਾਰਵਾੜ ਬਾਰੇ ਸੋਚਣਾ ਹੈ, ਤੇ ਧਾਰਵਾੜ ਦੇ ਵਿੱਚ ਪ੍ਰੋਮੀਨੈਂਟ ਏਰੀਆ ਕਿਹੜਾ ਹੈਗਾ ਹੈ, ਦੈਟ ਇਜ਼ ਕਰਨਾਟਕਾ। ਠੀਕ ਹੈ ਜੀ। ਨਾਓ ਨੈਕਸਟ ਸਾਡੇ ਕੋਲ ਆਂਦਾ ਹੈਗਾ ਪੈਟਰੋਲੀਅਮ। ਅਸੀਂ ਪੈਟਰੋਲੀਅਮ ਬਾਰੇ ਜਾਣਦੇ ਹਾਂ ਕਿ ਸਾਨੂੰ ਪੈਟਰੋਲੀਅਮ ਉਹਨਾਂ ਜਗ੍ਹਾਵਾਂ ਤੋਂ ਮਿਲਦਾ ਹੈ ਜਿੱਥੇ ਕਿ ਸਾਡੇ ਜਿਹੜੇ ਆਰਗੈਨਿਕ ਰਿਮੇਨਸ ਨੇ, ਜਿੱਦਾਂ ਕਿ ਮੈਰੀਨ ਲਾਈਫ ਹੁੰਦੀ ਹੈ, ਮੈਰੀਨ ਲਾਈਫ ਦੇ ਜਿਹੜੇ ਆਰਗੈਨਿਕ ਰਿਮੇਨਸ ਹੁੰਦੇ ਨੇ, ਡੈਥ ਹੋਣ ਤੋਂ ਬਾਅਦ ਮੈਰੀਨ ਆਰਗੇਨਿਜ਼ਮ ਦੀ ਜਦੋਂ ਬਾਡੀ ਹੌਲੀ ਹੌਲੀ ਸੀ ਬੈਡ ਤੇ ਜਾਂਦੀ ਹੈ ਐਂਡ ਓਵਰ ਦ ਪੀਰੀਅਡ ਆਫ ਟਾਈਮ ਅਕਿਊਮੂਲੇਟ ਹੁੰਦੀ ਜਾਂਦੀ ਹੈ, ਤੇ ਉੱਥੇ ਸਾਡੇ ਕੋਲ ਨੈਚੁਰਲ ਗੈਸ ਔਰ ਪੈਟਰੋਲੀਅਮ ਦੇਖਣ ਲਈ ਮਿਲਦਾ ਹੈ। ਤੇ ਇੰਡੀਆ ਦੇ ਵਿੱਚ ਆਪਾਂ ਜੇ ਕਰੂਡ ਆਇਲ ਦੇ ਐਕਸਟ੍ਰੈਕਸ਼ਨ ਦੀ ਗੱਲ ਕਰੀਏ ਤੇ ਸਾਨੂੰ ਗੁਜਰਾਤ, ਮਹਾਰਾਸ਼ਟਰਾ, ਅਸਾਮ, ਇਹ ਵਾਲਾ ਜਿਹੜਾ ਏਰੀਆ ਹੈਗਾ ਹੈ, ਇੱਥੋਂ ਸਾਨੂੰ ਕਰੂਡ ਆਇਲ ਐਕਸਟ੍ਰੈਕਸ਼ਨ ਦੇਖਣ ਲਈ ਮਿਲ ਜਾਂਦੀ ਹੈ। ਐਂਡ ਇਹਨਾਂ ਆਪਸ਼ਨਸ ਦੇ ਵਿੱਚ ਜੋ ਕੋਇਲੀ ਰੀਜਨ ਹੈਗਾ ਹੈ, ਕੋਇਲੀ ਦੇ ਵਿੱਚ ਇੰਡੀਆ ਦੀ ਮੇਜਰ ਆਇਲ ਰਿਫਾਈਨਰੀਜ਼ ਲੋਕੇਟਡ ਨੇ। ਇਸ ਕਰਕੇ ਕੋਇਲੀ ਵਿਚ ਇਜ਼ ਇਨ ਗੁਜਰਾਤ, ਦੈਟ ਇਜ਼ ਫੇਮਸ ਫॉर ਪੈਟਰੋਲੀਅਮ, ਤੇ ਇਹ ਮੇਜਰ ਪੈਟਰੋਲੀਅਮ ਰੀਜਨਸ ਦੇ ਵਿੱਚ ਵੀ ਆਂਦਾ ਹੈ। ਇਸ ਕਰਕੇ ਕੋਇਲੀ ਨੂੰ ਜਾਂ ਕੋਇਲੀ ਨੂੰ ਅਸੀਂ ਕਿਹਦੇ ਨਾਲ ਮੈਚ ਕਰਾਂਗੇ, ਪੈਟਰੋਲੀਅਮ ਦੇ ਨਾਲ ਮੈਚ ਕਰਾਂਗੇ। ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਅੰਕਲੇਸ਼ਵਰ ਰੀਜਨ ਹੈਗਾ ਹੈ, ਦੈਟ ਇਜ਼ ਫੇਮਸ ਫॉर ਪੈਟਰੋਲੀਅਮ। ਕੈਂਬੇ ਬੇਸਿਨ ਇਜ਼ ਫੇਮਸ ਫॉर ਪੈਟਰੋਲੀਅਮ। ਤੇ ਕਈ ਵਾਰੀ ਜੇ ਤੁਹਾਨੂੰ ਸਪੋਜ਼ ਕਰੋ ਪੀਪੀਐਸਸੀ ਨੇ ਕੁਐਸਚਨ ਪੁੱਛਿਆ ਕਿ ਇੰਡੀਆ ਦੀ ਉਹ ਕਿਹੜੀ ਸਟੇਟ ਹੈ ਜਿੱਥੇ ਮੈਕਸਿਮਮ ਕਰੂਡ ਆਇਲ ਪ੍ਰੋਡਿਊਸ ਹੁੰਦਾ ਹੈ, then the answer would be ਗੁਜਰਾਤ। ਗੁਜਰਾਤ ਸਟੇਟ ਜਿਹੜੀ ਹੈਗੀ ਹੈ ਉੱਥੇ ਮੈਕਸਿਮਮ ਕਰੂਡ ਆਇਲ ਜਿਹੜਾ ਹੈਗਾ ਪ੍ਰੋਡਿਊਸ ਕੀਤਾ ਜਾਂਦਾ ਹੈ, ਐਂਡ ਕੋਇਲੀ ਇਜ਼ ਐਨ ਇੰਪੋਰਟੈਂਟ ਰੀਜਨ ਫॉर ਪਾਰਟਿਕੂਲਰਲੀ ਪੈਟਰੋਲੀਅਮ। ਫਾਈਨ एवरीवन, ਅੱਗੇ ਦੇਖ ਲੈਂਦੇ हैं। ਨੈਕਸਟ ਆਂਦਾ ਹੈ ਜੀ ਲਾਈਮਸਟੋਨ। ਲਾਈਮਸਟੋਨ ਇੱਕੋ ਹੀ ਆਪਸ਼ਨ ਬਚਿਆ ਹੈ ਵਿਚ ਇਜ਼ ਕਟਨੀ। ਕਟਨੀ ਜੋ ਕਿ ਐਮਪੀ ਦੇ ਵਿੱਚ ਹੈ। ਕਟਨੀ ਕਿੱਥੇ ਹੈ? ਐਮਪੀ ਦੇ ਵਿੱਚ ਹੈ। ਇੱਥੇ ਤੁਹਾਨੂੰ ਲਾਈਮਸਟੋਨ ਦੀ ਐਕਸਟ੍ਰੈਕਸ਼ਨ ਦੇਖਣ ਲਈ ਮਿਲ ਜਾਂਦੀ ਹੈ। ਲਾਈਮਸਟੋਨ ਨੂੰ ਲੈ ਕੇ ਰਾਜਸਥਾਨ ਵੀ ਫੇਮਸ ਹੈ, ਐਮਪੀ ਵੀ ਫੇਮਸ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਸਿਗਨੀਫੀਕੈਂਟ ਲਾਈਮਸਟੋਨ ਪ੍ਰੋਡਕਸ਼ਨ ਹੁੰਦੀ ਹੈ। ਲੇਕਿਨ ਜਦੋਂ ਆਪਾਂ ਆਪਸ਼ਨਸ ਦੇਖਦੇ ਹਾਂ, ਇਹਨਾਂ ਆਪਸ਼ਨਸ ਦੇ ਵਿੱਚ ਕਟਨੀ ਸਾਨੂੰ ਐਮਪੀ ਤੋਂ ਮਿਲਦਾ ਹੈ ਜਿੱਥੇ ਲਾਈਮਸਟੋਨ ਸਾਨੂੰ ਮਿਲਦਾ ਹੈ। ਐਂਡ ਲਾਈਮਸਟੋਨ ਦੀ ਬਹੁਤ ਇੰਪੋਰਟੈਂਸ ਹੈ। ਲਾਈਮਸਟੋਨ ਤੁਹਾਡਾ ਸੀਮੈਂਟ ਇੰਡਸਟਰੀ ਵਿੱਚ ਯੂਜ਼ ਹੁੰਦਾ ਹੈ, ਸਟੀਲ ਇੰਡਸਟਰੀ ਵਿੱਚ ਯੂਜ਼ ਹੁੰਦਾ ਹੈ, ਤੇ ਕੈਮੀਕਲ ਇੰਡਸਟਰੀਜ਼ ਵਿੱਚ ਵੀ ਲਾਈਮਸਟੋਨ ਦੀ ਵਰਤੋਂ ਹੁੰਦੀ ਹੈ। ਇਸ ਕਰਕੇ ਲਾਈਮਸਟੋਨ ਕਿੱਥੋਂ ਮਿਲ ਰਿਹਾ ਹੈ? ਸਾਡੇ ਕੋਲ ਬਹੁਤ ਸਾਰੀ ਸਟੇਟਸ 'ਚ ਮਿਲ ਰਿਹਾ ਹੈ। ਰਾਜਸਥਾਨ 'ਚ ਵੀ ਹੈ, ਐਮਪੀ 'ਚ ਵੀ ਹੈ, ਆਂਧਰਾ 'ਚ ਵੀ ਹੈ, ਲੇਕਿਨ ਜਿਹੜਾ ਸਾਡੇ ਕੋਲ ਪ੍ਰੈਜ਼ੈਂਟ ਆਪਸ਼ਨ ਹੈਗਾ ਹੈ ਦੈਟ ਇਜ਼ ਕਟਨੀ ਵਿਚ ਇਜ਼ ਲੋਕੇਟਡ ਇਨ ਐਮਪੀ। ਨਾ ਇੱਥੋਂ ਸਾਨੂੰ ਇੱਕ ਗੱਲ ਦਾ ਕਲੀਅਰ ਹੋ ਗਈ ਕਿ ਪੀਪੀਐਸਸੀ ਦੇ ਇਸ ਪੇਪਰ ਦੇ ਵਿੱਚ, ਐਗਜ਼ੀਕਿਊਟਿਵ ਬ੍ਰਾਂਚ ਦੇ ਪੇਪਰ ਦੇ ਵਿੱਚ ਰਿਪੀਟਡਲੀ ਮਿਨਰਲ ਰਿਸੋਰਸਿਸ ਦੀ ਡਿਸਟ੍ਰੀਬਿਊਸ਼ਨ ਦੇ ਉੱਤੇ ਕੁਐਸਚਨਸ ਆ ਰਹੇ ਨੇ। ਰੀਜਨਸ, ਮਾਈਨਿੰਗ ਏਰੀਆਜ਼ ਮੈਚ ਕਰਨ ਲਈ ਪੁੱਛੇ ਜਾ ਰਹੇ ਨੇ। ਇਸ ਕਰਕੇ ਦਿਸ ਇਜ਼ ਅ ਵੈਰੀ ਹਾਈ ਯੀਲਡਿੰਗ ਟੌਪਿਕ, ਇਹਨੂੰ ਆਪਾਂ ਇਗਨੋਰ ਨਹੀਂ ਕਰਨਾ। ਠੀਕ ਹੈ ਜੀ।
ਚਲੋ ਹੁਣ ਜਦੋਂ ਸਾਡੇ ਕੋਲ ਸਾਰੀ ਮੈਚਿੰਗ ਹੋ ਗਈ ਹੈ ਤਾਂ ਆਨਸਰ ਵੀ ਲੱਭ ਲੈਂਦੇ ਆ। ਤਾਂ ਸਭ ਤੋਂ ਪਹਿਲਾਂ ਇਹ ਆਪਸ਼ਨ ਨੂੰ ਸਾਨੂੰ ਮੈਚ ਕਰਨਾ ਹੈ ਆਪਸ਼ਨ 1 ਦੇ ਨਾਲ, ਕਿਉਂਕਿ ਚੂਰੂ ਰੌਕ ਸਾਲਟ ਲਈ ਫੇਮਸ ਹੈ ਤਾਂ ਸਾਡੇ ਕੋਲ ਆ ਦੋ ਆਪਸ਼ਨਸ ਆ ਜਾਂਦੇ ਆ। ਜੇਕਰ ਆਪਾਂ ਗੱਲ ਕਰੀਏ ਕੋਇਲੀ ਦੀ ਤਾਂ ਕੋਇਲੀ ਇਜ਼ ਫੇਮਸ ਫॉर ਪੈਟਰੋਲੀਅਮ ਤਾਂ ਇਹਨੂੰ ਅਸੀਂ 3 ਨਾਲ ਮਾਰਕ ਕਰਾਂਗੇ। ਹੁੱਤੀ ਇਜ਼ ਫੇਮਸ ਫॉर 골ਡ, ਇਹਨੂੰ 2 ਨਾਲ ਮਾਰਕ ਕਰਾਂਗੇ। ਐਂਡ ਹਥਨੀ ਇਜ਼ ਫੇਮਸ ਫॉर ਲਾਈਮਸਟੋਨ, ਇਸ ਕਰਕੇ ਸਹੀ ਆਨਸਰ ਹੋਣਾ ਚਾਹੀਦਾ ਹੈ ਬੀ। ਫਾਈਨ, ਚਲੋ ਜੀ ਨੈਕਸਟ ਦੇਖਦੇ ਹਾਂ। ਹੁਣ ਜੋ ਅਗਲਾ ਸਾਡੇ ਕੋਲ ਕੁਐਸਚਨ ਆਇਆ ਹੈ ਇਹ ਇੰਡੀਅਨ ਜੀਓਗ੍ਰਾਫੀ ਦਾ ਕੁਐਸਚਨ ਹੈ। ਤੇ ਜਦੋਂ ਵੀ ਆਪਾਂ ਜੀਓਗ੍ਰਾਫੀ ਪੜ੍ਹਦੇ ਆ ਤਾਂ ਜੀਓਗ੍ਰਾਫੀ ਦੇ ਵਿੱਚ ਆਪਾਂ ਕਾਫੀ ਤਰ੍ਹਾਂ ਦੇ ਡਰੇਨੇਜ ਪੈਟਰਨਸ ਬਾਰੇ ਪੜ੍ਹਦੇ ਆ। ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਸਾਡੀ ਫਿਜ਼ੀਕਲ ਜੀਓਗ੍ਰਾਫੀ ਦਾ, ਜਿਹਦੇ ਵਿੱਚ ਕਿ ਕਿਸ ਤਰੀਕੇ ਦਾ ਰਿਵਰਸ ਦੇ ਵਿੱਚ ਫਲੋ ਰਹਿੰਦਾ ਹੈ, ਕਿੱਦਾਂ ਦਾ ਬਹਾਵ ਰਿਵਰਸ ਦੇ ਵਿੱਚ ਹੁੰਦਾ ਹੈ, ਇਹ ਅਸੀਂ ਕਨਸੈਪਟ ਪੜ੍ਹਦੇ ਹਾਂ। ਤੇ ਕੁਐਸਚਨ ਸਾਨੂੰ ਇਹ ਪੁੱਛ ਰਿਹਾ ਹੈ ਦੀ ਕਾਥਿਆਵਾੜ ਰੀਜਨ ਹੈਜ਼ ਡੈਸ਼ ਟਾਈਪ ਆਫ ਡਰੇਨੇਜ ਪੈਟਰਨ। ਕਾਥਿਆਵਾੜ ਰੀਜਨ ਜੋ ਕਿ ਬੇਸਿਕਲੀ ਸਾਡਾ ਗੁਜਰਾਤ ਵਾਲਾ ਜਿਹੜਾ ਏਰੀਆ ਹੈਗਾ ਦੈਟ ਇਜ਼ ਯੋਰ ਕਾਥਿਆਵਾੜ ਰੀਜਨ, ਉੱਥੇ ਕਿਸ ਤਰੀਕੇ ਦਾ ਡਰੇਨੇਜ ਪੈਟਰਨ ਹੈ ਇਹ ਸਾਨੂੰ ਕੁਐਸਚਨ ਪੁੱਛਿਆ ਗਿਆ ਹੈ। ਦਿਸ ਪਾਰਟਿਕੂਲਰ ਪਾਰਟ ਆਫ ਗੁਜਰਾਤ ਇਜ਼ ਕਾਲਡ ਐਜ਼ ਕਾਥਿਆਵਾੜ। ਠੀਕ ਹੈ ਜੀ। ਨਾਓ ਇੱਥੇ ਸਾਨੂੰ 4 ਆਪਸ਼ਨਸ ਦਿੱਤੇ ਗਏ ਨੇ, ट्रेलिस, एंटीसीडेंट, कॉन्सिक्वेंट, रेडियल। इनू आपां 1 बाय 1 करके ब्रेक करते हैं। ठीक है, सब तो पहला आपां समझते हैं कि ड्रेनेज पैटर्न का मतलब की हुंदा है। व्हाट इज द मीनिंग ऑफ ड्रेनेज पैटर्न? जे आपां सिंपल शब्दां विच समझिए तां साडियां रिवर्स किद्दां फ्लो कर रही ने ते रिवर्स दे विच आकर बहुत सारियां होर नदियां मिलदियां ने, ਉਹ ਕਿਸ ਤਰੀਕੇ ਨਾਲ ਉਸ ਰਿਵਰ ਨਾਲ ਮਿਲ ਰਹੀਆਂ ਨੇ ਤੇ ਮਿਲ ਕੇ ਕਿੱਦਾਂ ਦਾ ਪੈਟਰਨ ਬਣ ਰਿਹਾ ਹੈ, ਕਿਸ ਤਰੀਕੇ ਦਾ ਪੈਟਰਨ ਦੀ ਫਾਰਮੇਸ਼ਨ ਹੁੰਦੀ ਹੈ, ਕਿੱਦਾਂ ਦਾ ਡਿਜ਼ਾਈਨ ਬਣ ਰਿਹਾ ਹੈ, ਕਿੱਦਾਂ ਦਾ ਪੈਟਰਨ ਬਣ ਰਿਹਾ ਹੈ ਜਦੋਂ ਰਿਵਰਸ ਤੇ ਉਹਨਾਂ ਦੀਆਂ ਟ੍ਰਿਬਿਊਟਰੀਜ਼ ਆਪਸ ਵਿੱਚ ਆ ਕੇ ਮਿਲਦੀਆਂ ਨੇ। ਜਿੱਦਾਂ ਕਿ ਫੋਰ ਐਗਜ਼ਾਮਪਲ ਮੰਨ ਲੈਂਦੇ ਆ ਕਿ ਇਹ ਸਾਡੀ ਜਾ ਰਹੀ ਹੈ ਰਿਵਰ ਗੰਗਾ, ਤੇ ਜਦੋਂ ਰਿਵਰ ਗੰਗਾ ਫਲੋ ਕਰਦੀ ਹੈ ਉਹਨੂੰ ਕਿਸ ਤਰੀਕੇ ਨਾਲ ਆ ਕੇ ਯਮੁਨਾ ਮੀਟ ਕਰਦੀ ਹੈ, किस तरीके नाल आके राम गंगा मीट करती है, किद्दां गोमती मीट करती है, किद्दां घाघरा मीट करती है, किद्दां सोन मीट करती है, ते किस तरीके दा पैटर्न बनता है, दैट थिंग इज कॉल्ड एज ड्रेनेज पैटर्न। ਆਪਾਂ ਜਦੋਂ ਜੀਓਗ੍ਰਾਫੀ ਪੜ੍ਹਦੇ ਆ ਆਪਾਂ ਦੇਖਦੇ ਹਾਂ ਕਿ ਇਹ ਪੈਟਰਨ ਦੀ ਫਾਰਮੇਸ਼ਨ ਬਹੁਤ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦੀਆਂ ਨੇ, ਜਿਹਦੇ ਵਿੱਚ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਜਿਸ ਏਰੀਆ ਦੇ ਵਿੱਚ ਰਿਵਰ ਫਲੋ ਕਰ ਰਹੀ ਹੈ ਉੱਥੇ ਦੀ ਸਲੋਪ ਕਿੱਦਾਂ ਦੀ ਹੈ, किस तरीके की ढलान है, स्लोप किस तरह की है, वो एक इंपॉर्टेंट चीज है। अच्छा, स्लोप के नाल रॉक्स किस तरह दियां ने, हार्ड रॉक्स ने कि सॉफ्ट रॉक्स ने। हुण फर्क की पैंदा है, जेकर तां सॉफ्ट रॉक्स ने तां उन्हां नूं रिवर बहुत ईजीली कट के अपना रस्ता बना लैंदी है, ते लेकिन जेकर रॉक्स हार्ड ने फिर रिवर्स नूं थोड़ी जी मुश्किल आंदी है रॉक्स नूं कट करन दे विच, फिर रिवर्स दा पैटर्न चेंज हो जाता है, डिजाइन चेंज हो जाता है। फॉर एग्जाम्पल जेकर रॉक सॉफ्ट ने तो थानू रिवर्स दे विच बहुत सारे किसी भी डायरेक्शन तो आकर मिलने वाली रिवर्स मिल जांदियां ने, लेकिन जेकर जेड़ियां रॉक्स ने वो हार्ड ने तो सानू कुछ 90 डिग्री दे बेंड रिवर दे विच देखण लई मिलदा है। बेसिकली जिथे दो रॉक्स आपस विच आके मिलदियां ने उन्हां दे विचकार जेड़ी दरार हुंदी है, अक्सर रिवर उन्हां दरारां विचों फ्लो करदी है। क्यों? बिकॉज रॉक इन्नी हार्ड है कि रिवर उन्हों अपने हिसाब नाल कट नहीं कर पा रही, तो रिवर नूं रॉक दे हिसाब नाल चलना पैंदा है। किद्दां दे फॉल्ट्स ने, किद्दां दे जॉइंट्स ने, ये सारा कुछ देखना पैंदा है। बेसिकली तुसीं इहनूं इस तरीके नाल इमेजिन करो कि ड्रेनेज पैटर्न होर कुछ नहीं, एक तरीके दा रोड नेटवर्क है कि किद्दां दियां जिद्दां रोड नेटवर्क आपां देखदे हां कि रिवर्स ने किद्दां दा नेटवर्क बनाया होया है, दैट इज कॉल्ड एज ड्रेनेज पैटर्न। हुण सब तो पहला जिद्दां कि मैं इत्थे गल करदी पई सीगी, जो मैं इत्थे गंगा दी एग्जांपल ले रही सीगी, इहनूं कहंदे डेंड्रिटिक पैटर्न। ये जिहड़ा पैटर्न मैं इत्थे ड्रॉ कीता है दिस इज कॉल्ड एज डेंड्रिटिक पैटर्न। डेंड्रिटिक पैटर्न दी खास गल की हुंदी है, जिद्दां असीं पेड़ देखदे हां ना कि एक मेन ट्रंक है ते बहुत सारियां ब्रांचेस उस मेन ट्रंक चों निकल रही ने। मेन रिवर ट्री दा ट्रंक होएगा
ਤੇ ਜਿਹੜੀ ਉਹਦੀ ਟ੍ਰਿਬਿਊਟਰੀਜ਼ ਨੇ ਜੋ ਆਕਰ ਆਪਣਾ ਪਾਣੀ ਮੇਨ ਰਿਵਰ ਦੇ ਵਿੱਚ ਐਡ ਕਰਦੀਆਂ ਨੇ, ਉਹ ਜਿੱਦਾਂ ਪੇੜ ਦੀਆਂ ਬ੍ਰਾਂਚਸ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ ਆਕਰ ਮੇਨ ਰਿਵਰ ਨੂੰ ਜਦੋਂ ਮਿਲਦੀਆਂ ਨੇ, ਦੈਟ ਆਰ ਯੋਰ ਡੈਂਡਰਿਟਿਕ ਡਰੇਨੇਜ। ਉਹਨੂੰ ਆਪਾਂ ਕੀ ਕਹਿੰਦੇ ਆ? ਡੈਂਡਰਿਟਿਕ ਕਹਿੰਦੇ ਆ। ਜਿੱਦਾਂ ਕਿ ਮੈਂ ਉੱਪਰ ਬਣਾਇਆ, ਕੈਨ ਯੂ ਸੀ ਕਿ ਜਦ ਸਾਡਾ ਇਹ ਸ਼ਾਇਦ ਮੇਨ ਰਿਵਰ ਜਾ ਰਹੀ ਹੈ ਗੰਗਾ, ਤੇ ਅਲੱਗ-ਅਲੱਗ ਤਰੀਕੇ ਨਾਲ ਡਿਫਰੈਂਟ ਬ੍ਰਾਂਚਸ ਵਾਂਗੂ ਜਦੋਂ ਆਕਰ ਟ੍ਰਿਬਿਊਟਰੀਜ਼ ਮੀਟ ਕਰਦੀਆਂ ਨੇ, ਇਸ ਪੈਟਰਨ ਨੂੰ ਕਿਹਾ ਜਾਂਦਾ ਹੈ ਡੈਂਡਰਿਟਿਕ ਪੈਟਰਨ। ਇਹ ਅਕਸਰ ਉਦੋਂ ਬਣਦਾ ਹੈ ਜਦੋਂ ਪੂਰੇ ਏਰੀਆ ਦੇ ਵਿੱਚ ਨਾ ਸੇਮ ਤਰੀਕੇ ਦੀਆਂ ਰੌਕਸ ਹੋਣ, ਜੈਂਟਲ ਸਲੋਪ ਹੋਵੇ ਤੇ ਰਿਵਰਸ ਨੈਚੁਰਲੀ ਜਿਹੜੀ ਡਾਇਰੈਕਸ਼ਨ ਦੇ ਵਿੱਚ ਫਲੋ ਕਰਨਾ ਚਾਹੁੰਦੀਆਂ ਨੇ, ਅੰਡਰ ਦ ਇਨਫਲੂਐਂਸ ਆਫ ਸਲੋ ਰਿਵਰ ਨੈਚੁਰਲੀ ਆਪਣੀ ਫੋਰਸ ਦੇ ਨਾਲ ਮੂਵ ਕਰਦੀ ਪਈ ਹੈ, ਤੇ ਉਦਾਂ ਦੇ ਕੇਸ ਦੇ ਵਿੱਚ ਸਾਨੂੰ ਡੈਂਡਰਿਟਿਕ ਪੈਟਰਨ ਦੇਖਣ ਲਈ ਮਿਲ ਜਾਂਦਾ ਹੈ। ਅਕਸਰ ਸਾਡੀਆਂ ਜਿਹੜੀਆਂ ਰਿਵਰਸ ਨੇ ਉਹ ਸਾਨੂੰ ਇਸੇ ਪੈਟਰਨ 'ਚ ਮਿਲਦੀਆਂ ਨੇ। ਗੋਦਾਵਰੀ ਹੋ ਗਈ, ਕ੍ਰਿਸ਼ਨਾ ਹੋ ਗਈ, ਕਾਵੇਰੀ ਹੋ ਗਈ, ਕਿ ਸਾਡੇ ਕੋਲ ਇੱਕ ਮੇਨ ਰਿਵਰ ਜਾ ਰਹੀ ਹੈ ਤੇ ਆਸ-ਪਾਸ ਤੋਂ ਆਕਰ ਜਿਹੜੀਆਂ ਬ੍ਰਾਂਚਸ ਵਾਂਗੂ ਟ੍ਰਿਬਿਊਟਰੀਜ਼ ਮੀਟ ਕਰਦੀਆਂ ਪਈਆਂ ਨੇ। ਫਾਈਨ एवरीवन। ਤੇ ਦੂਸਰਾ ਆਂਦਾ ਸਾਡੇ ਕੋਲ ਟ੍ਰੈਲਿਸ ਪੈਟਰਨ। ਟ੍ਰੈਲਿਸ ਪੈਟਰਨ ਜਿੱਦਾਂ ਗਾਰਡਨ ਦੇ ਬਾਹਰ ਆਪਾਂ ਤਾਰ ਨਹੀਂ ਲਾਈ ਹੋਈ ਹੁੰਦੀ, ਲੈਡਰ ਨਹੀਂ ਲਾਈ ਹੋਈ ਹੁੰਦੀ, ਇਹ ਉਸ ਤਰੀਕੇ ਨਾਲ ਰਿਜ਼ੈਂਬਲ ਕਰਦੀ ਹੈ। ਬੇਸਿਕਲੀ ਇੱਕ ਨਦੀ ਜਾ ਰਹੀ ਹੈ, ਇੱਕ ਮੇਨ ਰਿਵਰ ਜਾ ਰਹੀ ਹੈ ਤੇ ਬਹੁਤ ਸਾਰੀਆਂ ਰਿਵਰਸ ਉਸ ਰਿਵਰ ਦੇ ਤੁਹਾਨੂੰ ਪੈਰਲਲੀ ਨਜ਼ਰ ਆਉਂਦੀਆਂ ਨੇ। ਰਿਵਰਸ ਦੇ ਫਲੋ ਪੈਰਲਲ, ਤੇ ਇੱਕਦਮ ਆ ਕੇ ਜਦੋਂ ਮੇਨ ਨਦੀ ਕੋਲ ਪਹੁੰਚਣਾ ਹੁੰਦਾ ਹੈ, ਇਹ ਬਿਲਕੁਲ ਐਂਗਲ ਤੇ ਆ ਕੇ ਰਿਵਰ ਦੇ ਨਾਲ ਮੀਟ ਕਰਦੀਆਂ ਨੇ, ਇੱਕਦਮ ਟਰਨ ਲੈਂਦੀਆਂ ਨੇ ਤੇ ਫਿਰ ਐਂਗਲ ਤੇ ਆ ਕੇ ਮੀਟ ਕਰਦੀਆਂ ਨੇ। ਮੈਂ ਦੁਬਾਰਾ ਰਿਪੀਟ ਕਰਦੀ ਹਾਂ, ਜਿੱਦਾਂ ਕਿ ਸਪੋਜ਼ ਕਰੋ ਤੁਹਾਡੀ ਇਹ ਰਿਵਰ ਜਾ ਰਹੀ ਹੈ, ਦਿਸ ਇਜ਼ ਯੋਰ ਮੇਨ ਰਿਵਰ, ਤੇ ਇਹ ਟ੍ਰਿਬਿਊਟਰੀ ਹੈ। ਇਹ ਵੀ ਕੀ ਕੋਸ਼ਿਸ਼ ਕਰੂਗੀ ਕਿ ਇਹ ਵੀ ਕੀ ਰਹੇ? ਪੈਰਲਲ ਰਵੇ ਕਿਹਦੇ? ਮੇਨ ਰਿਵਰ ਦੇ। ਲੇਕਿਨ ਪੈਰਲਲ ਹੋਣ ਦੇ ਨਾਲ ਜਦੋਂ ਇਹਨੇ ਆ ਕੇ ਮੀਟ ਕਰਨਾ ਹੁੰਦਾ ਹੈ ਮੇਨ ਰਿਵਰ ਨੂੰ, ਤੇ ਇੱਕਦਮ ਬਹੁਤ ਹੀ ਸ਼ਾਰਪ ਬੈਂਡ ਲੈਂਦੀ ਹੈ ਤੇ ਰਾਈਟ ਐਂਗਲ ਤੇ ਆ ਕੇ, ਇੱਕ ਐਂਗਲ ਤੇ ਆ ਕੇ ਸ਼ਾਰਪਲੀ ਮੀਟ ਕਰਦੀ ਹੈ ਤੁਹਾਡੀ ਮੇਨ ਰਿਵਰ ਨੂੰ। ਇਦਾਂ ਦੇ ਪੈਟਰਨ ਨੂੰ ਕਹਿੰਦੇ ਆ ਟ੍ਰੇਲਿਸ ਡਰੇਨੇਜ ਪੈਟਰਨ। ਇਹ ਅਕਸਰ ਸਾਨੂੰ ਇਦਾਂ ਦੇ ਏਰੀਆਜ਼ ਵਿੱਚ ਮਿਲਦਾ ਜਿੱਥੇ ਹਾਰਡ ਤੇ ਸੌਫਟ ਰੌਕਸ ਜਿਹੜੀਆਂ ਹੈਗੀਆਂ ਨੇ ਆਲਟਰਨੇਟਿਵਲੀ ਪ੍ਰੈਜ਼ੈਂਟ ਹੋਣ, ਤਾਂ ਰਿਵਰਸ ਕੀ ਕਰਦੀਆਂ ਨੇ? ਉਹ ਸੌਫਟਰ ਰੌਕਸ ਦੇ ਹਿਸਾਬ ਦੇ ਨਾਲ ਜਦੋਂ ਫਲੋ ਕਰਦੀਆਂ ਨੇ ਤੇ ਜਿੱਦਾਂ ਹੀ ਮੌਕਾ ਮਿਲਦਾ ਹੈ ਰਾਈਟ ਐਂਗਲ ਤੇ ਆ ਕੇ ਟ੍ਰਿਬਿਊਟਰੀਜ਼ ਮੀਟ ਕਰ ਜਾਂਦੀਆਂ ਨੇ। ਇਟਸ ਐਨ ਵੈਰੀ ਗੁੱਡ ਪੈਟਰਨ ਕਿ ਜਿੱਦਾਂ ਗਾਰਡਨ ਦੀ ਟ੍ਰੈਲਿਸ ਹੁੰਦੀ ਹੈ ਉਦਾਂ ਦੀ ਨਜ਼ਰ ਆਉਂਦੀ ਹੈ ਕਿ ਇੱਕ ਤਾਰ, ਉਹਦੇ ਉੱਤੇ ਦੂਸਰੀ, ਫਿਰ ਪੈਰਲਲ, ਤੇ ਇੱਕਦਮ ਸਵਿਫਟ ਐਂਗਲ ਤੇ ਆ ਕੇ ਇਟ ਕਨੈਕਟਸ ਵਿਦ ਦ ਮੇਨ ਰਿਵਰ। ਇਹ ਅਕਸਰ ਮਾਊਂਟੇਨੀਅਸ ਏਰੀਆ ਦੇ ਵਿੱਚ ਸਾਨੂੰ ਮਿਲ ਜਾਂਦੀਆਂ ਨੇ। ਇੰਡੀਆ ਦਾ ਜੋ ਸਿੰਘਭੂਮ ਏਰੀਆ ਹੈਗਾ, that is important, that is known for the trellis drainage pattern। ਤਾਂ trellis drainage pattern ਕਿੱਥੇ ਜ਼ਿਆਦਾ ਮਸ਼ਹੂਰ ਹੈਗਾ? that is in the ਸਿੰਘਭੂਮ region of India। ਫਿਰ ਕੁਝ ਹੁੰਦੀਆਂ ਨਦੀਆਂ ਰੈਕਟੈਂਗੂਲਰ, ਮਤਲਬ ਜੇ ਉਹਨੂੰ ਤੁਸੀਂ ਦੇਖੋਗੇ ਤਾਂ ਤੁਹਾਨੂੰ ਕੁਝ ਇਸ ਤਰੀਕੇ ਦਾ ਪੈਟਰਨ ਕਿ ਹਾਂ ਰਿਵਰ ਹੈ ਤੇ ਕੁਝ ਇਸ ਤਰੀਕੇ ਨਾਲ ਫਲੋ ਕਰ ਰਹੀ ਹੈ, ਬਿਲਕੁਲ ਰਾਈਟ ਐਂਗਲਸ ਤੇ ਆ ਕੇ, ਮਤਲਬ ਟ੍ਰੈਲਿਸ ਪੈਟਰਨ ਨਹੀਂ ਹੈ, ਪੈਰਲਲਿੰਗ ਨਹੀਂ ਹੈ, ਬਟ ਜਿੰਨੇ ਵੀ ਮੋੜ ਹੋਣਗੇ ਉਹ ਸਾਰੇ ਮੋੜ 90 ਡਿਗਰੀ ਦੇ ਹੋਣਗੇ। ਰਾਈਟ ਐਂਗਲ ਸੇ ਜਿਹੜਾ ਹੈਗਾ ਇਹ ਰਿਵਰ ਬੈਂਡ ਕਰਦੀ ਹੈ। ਅਕਸਰ ਜਿੱਥੇ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਰੌਕਸ ਹੋਣ, ਹਾਰਡ ਰੌਕਸ ਹੋਣ ਤੇ ਨਦੀਆਂ ਕ੍ਰੈਕਸ 'ਚ ਜਦੋਂ ਮੂਵ ਕਰਦੀਆਂ ਨੇ ਤਾਂ ਉਦੋਂ ਸਾਡੇ ਕੋਲ ਇਸ ਤਰੀਕੇ ਦਾ ਪੈਟਰਨ ਬਣਦਾ ਜਿਹਨੂੰ ਅਸੀਂ ਕਹਿੰਦੇ ਹਾਂ ਰੈਕਟੈਂਗੂਲਰ ਪੈਟਰਨ। ਦਿਸ ਇਜ਼ ਕਾਲਡ ਐਜ਼ ਰੈਕਟੈਂਗੂਲਰ। ਮੈਂ ਕੀ ਕਿਹਾ ਸੀ? ਕਿੱਦਾਂ ਦਾ ਪੈਟਰਨ ਬਣਦਾ ਹੈ, ਕਿੱਦਾਂ ਦੀ ਸ਼ੇਪ ਬਣਦੀ ਹੈ, ਉਹਦੇ ਬੇਸਿਸ ਤੇ ਸਾਡੇ ਕੋਲ ਡਰੇਨੇਜ ਪੈਟਰਨਸ ਆਉਂਦੇ ਨੇ। ਨਾ ਕੁਐਸਚਨ 'ਚ ਇੱਕ ਹੋਰ ਡਰੇਨੇਜ ਪੈਟਰਨ ਦਿੱਤਾ ਗਿਆ ਹੈ ਵਿਚ ਇਜ਼ ਰੇਡੀਅਲ ਡਰੇਨੇਜ ਪੈਟਰਨ। ਰੇਡੀਅਲ ਡਰੇਨੇਜ ਪੈਟਰਨ ਉਦੋਂ ਬਣਦਾ ਹੈ ਜਦੋਂ ਕਿਤੇ ਸੈਂਟਰ ਦੇ ਵਿੱਚ ਕੋਈ ਐਲੀਵੇਟਡ ਏਰੀਆ ਹੋਵੇ, ਸੈਂਟਰ ਦੇ ਵਿੱਚ ਕੋਈ ਐਲੀਵੇਸ਼ਨ ਹੋਵੇ ਤੇ ਜਿੰਨੀਆਂ ਵੀ ਨਦੀਆਂ ਉੱਥੋਂ ਓਰੀਜਿਨੇਟ ਕਰ ਰਹੀਆਂ ਨੇ ਉਹ ਸਾਰੀਆਂ ਸੈਂਟਰ ਤੋਂ ਦੂਰ ਵੱਲ ਨੂੰ ਜਾ ਰਹੀਆਂ ਹੋਣ। ਇਸ ਤਰੀਕੇ ਦੇ ਨਾਲ ਇੱਕ ਸੈਂਟਰਲ ਪੁਆਇੰਟ ਤੋਂ ਸਾਰੀਆਂ ਰਿਵਰਸ ਇਦਾਂ ਬਾਹਰ ਵੱਲ ਨੂੰ ਜਾ ਰਹੀਆਂ ਹੋਣ ਤਾਂ ਉਹਨੂੰ ਕਹਿੰਦੇ ਆ ਰੇਡੀਅਲ ਡਰੇਨੇਜ ਪੈਟਰਨ। ਜਿੱਦਾਂ ਵੀਲ ਹੁੰਦਾ ਹੈ ਨਾ, ਵੀਲ ਦੇ ਵਿੱਚ ਸਪੋਕਸ ਹੁੰਦੀਆਂ ਨੇ, ਉਸ ਤਰੀਕੇ ਦੇ ਨਾਲ ਜਿੱਦਾਂ ਆਪਾਂ ਦੇਖਦੇ ਹਾਂ ਇਦਾਂ ਲੱਗਦਾ ਕਿ ਇਹ ਇੱਕ ਵੀਲ ਹੈ ਤੇ ਇਹ ਵੀਲ ਦੀਆਂ ਕੀ ਨੇ? ਸਪੋਕਸ ਨੇ, ਤੇ ਰਿਵਰਸ ਸੈਂਟਰਲ ਪੁਆਇੰਟ ਤੋਂ ਬਾਹਰ ਵੱਲ ਨੂੰ ਜਾ ਰਹੀਆਂ ਨੇ। ਇਸ ਪੈਟਰਨ ਨੂੰ ਅਸੀਂ ਕਹਿੰਦੇ ਆ ਰੇਡੀਅਲ ਪੈਟਰਨ। ਤੇ ਜਿਹੜਾ ਸਾਨੂੰ ਕੁਐਸਚਨ ਪੁੱਛਿਆ ਗਿਆ ਹੈ ਕਾਥੀਆਵਾੜ ਰੀਜਨ ਦੇ ਵਿੱਚ ਵੀ ਸਾਨੂੰ ਰੇਡੀਅਲ ਪੈਟਰਨ ਦੇਖਣ ਲਈ ਮਿਲਦਾ ਹੈ। ਇੱਥੇ ਵੀ ਨਦੀਆਂ ਇੱਕ ਸੈਂਟਰਲ ਪੁਆਇੰਟ ਤੋਂ ਬਾਹਰ ਵੱਲ ਨੂੰ ਰੇਡੀਏਟ ਕਰਦੀਆਂ ਨੇ।
ਤੇ ਇੱਕ ਹੋਰ ਰੀਜਨ ਹੈ ਵਿਚ ਇਜ਼ ਫੇਮਸ ਫॉर ਰੇਡੀਅਲ ਡਰੇनेज, ਜੋ ਕਿ ਅਕਸਰ ਕਈ ਵਾਰੀ यूपीएससी ਦੇ ਪ੍ਰੀਲਿਮਸ 'ਚ ਪੁੱਛਿਆ ਗਿਆ ਹੈ। दैट इज योर ਅਮਰਕੰਟਕ ਰੀਜਨ। ਇੰਡੀਆ ਦੇ ਵਿੱਚ ਇੱਕ ਅਮਰਕੰਟਕ ਰੀਜਨ ਹੈ। ਬੇਸਿਕਲੀ ਜੇ ਆਪਾਂ ਇਸ ਤਰੀਕੇ ਨਾਲ ਇੰਡੀਆ ਦਾ ਮੈਪ ਬਣਾਈਏ ਤਾਂ ਇੱਥੇ ਲਾਈਕ ਕਰਦਾ ਹੈ ਅਮਰਕੰਟਕ ਪਲੈਟਿਊ। ਇੱਕ ਪਲੈਟਿਊ ਹੈ। ਪਲੈਟਿਊ ਕੀ ਹੁੰਦਾ ਹੈ? ਐਲੀਵੇਟਡ ਏਰੀਆ। ਅਮਰਕੰਟਕ ਪਲੈਟਿਊ ਤੋਂ ਬਹੁਤ ਇੰਪੋਰਟੈਂਟ ਰਿਵਰਸ ਨਿਕਲਦੀਆਂ ਨੇ। ਦੋ ਬਹੁਤ ਇੰਪੋਰਟੈਂਟ ਰਿਵਰਸ ਨੇ, ਇੱਕ ਹੈਗੀ ਹੈ ਨਰਮਦਾ ਜੋ ਕਿ ਇਸ ਤਰਫ ਆ ਜਾਂਦੀ ਹੈ ਤੇ ਦੂਸਰੀ ਹੈਗੀ ਹੈ ਸੋਨ ਜੋ ਕਿ ਇਸ ਤਰਫ ਜਾਂਦੀ ਹੈ, ਤੇ ਕੁਝ ਲੋਕਲ ਰਿਵਰਸ ਹੈ ਜੋਹਿਲਾ ਐਂਡ ਸਮ ਅਦਰ ਸਟਰੀਮਸ ਜੋ ਕਿ ਅਮਰਕੰਟਕ ਪਲੈਟਿਊ ਦਾ ਸੈਂਟਰ ਹੁੰਦੇ ਹੋਏ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਫਲੋ ਕਰਦੀਆਂ ਨੇ। ਇਹ ਵੀ ਰੇਡੀਅਲ ਪੈਟਰਨ, ਰੇਡੀਅਲ ਡਰੇनेज ਲਈ ਫੇਮਸ ਹੈ। ਤਾਂ ਦੋ ਰੀਜਨਸ ਹੋ ਗਏ ਇੰਡੀਆ ਦੇ, ਇੱਕ ਜਿਹੜਾ ਤੁਹਾਨੂੰ ਪੁੱਛਿਆ ਗਿਆ ਹੈ ਕਾਠਿਆਵਾੜ ਰੀਜਨ, ਇੱਥੇ ਰੇਡੀਅਲ ਪੈਟਰਨ ਹੈਗਾ ਹੈ, ਤੇ ਦੂਸਰਾ ਤੁਹਾਡਾ ਹੋ ਗਿਆ ਅਮਰਕੰਟਕ ਪਲੈਟਿਊ, ਇੱਥੇ ਵੀ ਸਾਨੂੰ ਰੇਡੀਅਲ ਡਰੇनेज ਦੇਖਣ ਲਈ ਮਿਲਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੀ ਡਰੇनेज ਹੈਗੀ ਹੈ, ਆਪਾਂ ਡਿਸਕਸ ਕਰਾਂਗੇ ਕਲਾਸਿਸ ਦੇ ਵਿੱਚ ਵੀ ਇਹਨਾਂ ਨੂੰ। ਇੱਕ ਐਨੂਲਰ ਡਰੇनेज ਹੁੰਦੀ ਹੈ ਕਿ ਇੱਕ ਸੈਂਟਰ ਦੇ ਵਿੱਚ ਐਲੀਵੇਟਡ ਏਰੀਆ ਹੈਗਾ ਤੇ ਰਿਵਰਸ ਉਹਦੇ ਆਲੇ ਦੁਆਲੇ ਸਰਕਲ ਦੇ ਵਿੱਚ ਜੇ ਮੂਵ ਕਰੇ, ਰਿੰਗ ਬਣਾ ਦੇਵੇ, ਗੋਲ ਗੋਲ ਸਾਡੇ ਕੋਲ ਸਟਰਕਚਰਸ ਆ ਰਹੇ ਨੇ, ਸਰਕੂਲਰ ਪੈਟਰਨ ਆ ਰਿਹਾ, ਤਾਂ ਉਹਨੂੰ ਐਨੂਲਰ ਡਰੇनेज ਵੀ ਕਹਿ ਦਿੰਦੇ ਨੇ। ਰੇਡੀਅਲ ਡਰੇनेज ਦੇ ਵਿੱਚ ਰਿਵਰਸ ਸੈਂਟਰ ਤੋਂ ਬਾਹਰ ਵੱਲ ਨੂੰ ਜਾਂਦੀਆਂ ਨੇ ਤੇ ਐਨੂਲਰ ਡਰੇनेज ਦੇ ਵਿੱਚ ਸੈਂਟਰ ਦੇ ਆਲੇ ਦੁਆਲੇ ਰਿੰਗ ਵਾਂਗੂ ਰਿੰਗ ਪੈਟਰਨ ਦੇ ਵਿੱਚ ਮੂਵ ਕਰਦੀਆਂ ਨੇ। ਠੀਕ ਹੈ ਜੀ। ਹੁਣ ਇਸ ਪੂਰੇ ਆਪਸ਼ਨਸ 'ਚ ਸਭ ਤੋਂ ਇੰਪੋਰਟੈਂਟ ਜਿਹੜਾ ਇੱਕ ਆਪਸ਼ਨ ਹੈਗਾ ਹੈ, ਸਾਡਾ ਕੁਐਸਚਨ ਸੋਲਵ ਹੋ ਗਿਆ। ਕੁਐਸਚਨ ਤਾਂ ਇਹ ਕਹਿ ਰਿਹਾ ਹੈ ਕਿ ਰੇਡੀਅਲ ਡਰੇनेज ਪੈਟਰਨ ਕਿੱਥੇ ਹੈ। ਸੋ ਸਾਡੇ ਕੋਲ ਕਾਠੀਆਵਾੜ ਦੇ ਵਿੱਚ ਹੈ, ਅਮਰਕੰਟਕ ਦੇ ਵਿੱਚ ਹੈ। ਤੁਹਾਨੂੰ ਕਾਠੀਆਵਾੜ ਦਾ ਪੁੱਛਿਆ ਸੀ, ਤੁਸੀਂ ਰੇਡੀਅਲ ਮਾਰਕ ਕਰੋਗੇ, ਤੁਹਾਡਾ ਆਨਸਰ ਹੋ ਗਿਆ। ਲੇਕਿਨ ਆਪਾਂ ਇੱਕ ਅੰਡਰਸਟੈਂਡਿੰਗ ਵੱਲ ਜਾਣਾ ਹੈ ਜਿਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕਨਸੈਪਟ ਆਉਂਦਾ ਹੈ ਐਂਟੀਸੀਡੈਂਟ ਰਿਵਰ। ਨਾ ਜੇਕਰ ਆਪਾਂ ਐਂਟੀਸੀਡੈਂਟ ਰਿਵਰ ਦੀ ਗੱਲ ਕਰੀਏ, ਇਹਦੇ ਵਿੱਚ ਅਕਸਰ ਜਿਹੜੀਆਂ ਸਾਡੀਆਂ ਹਿਮਾਲਯਨ ਰਿਵਰਸ ਨੇ ਉਹ ਐਂਟੀਸੀਡੈਂਟ ਨੇਚਰ ਦੀਆਂ ਨੇ। ਇੰਦਸ ਹੋ ਗਈ, ਸਤਲੁਜ ਹੋ ਗਈ, ਬ੍ਰਹਮਪੁੱਤਰਾ ਹੋ ਗਈਆਂ। ਕੀ ਹੁੰਦੀਆਂ ਨੇ ਐਂਟੀਸੀਡੈਂਟ ਰਿਵਰਸ? ਐਸੀ ਰਿਵਰਸ ਜੋ ਤੁਹਾਨੂੰ ਅੱਜ ਜਿੱਥੇ ਮਿਲਦੀਆਂ ਨੇ ਉੱਥੇ ਉਹ ਪਹਿਲਾਂ ਵੀ ਸੀਗੀਆਂ, ਲੇਕਿਨ ਪਹਿਲਾਂ ਉੱਥੇ ਮਾਊਂਟੇਨਸ ਨਹੀਂ ਹੁੰਦੀਆਂ ਸੀ। ਤੁਸੀਂ ਜਿਓਗ੍ਰਾਫੀ ਜਦੋਂ ਪੜ੍ਹਦੇ ਹੋ ਤਾਂ ਤੁਸੀਂ ਮਾਊਂਟੇਨ ਕਿੱਦਾਂ ਬਣਦੀ ਹੈ, ਪਹਾੜ ਕਿੱਦਾਂ ਬਣਦੇ ਆ, ਤੁਸੀਂ ਇਹਦੇ ਬਾਰੇ ਪੜ੍ਹਦੇ ਹੋ। ਤੇ ਉਹਦੇ ਵਿੱਚ ਅਸੀਂ ਹਿਮਾਲਿਆਸ ਬਾਰੇ ਪੜ੍ਹਦੇ ਹਾਂ ਕਿ ਹਿਮਾਲਿਆਸ ਕਿਸ ਤਰੀਕੇ ਨਾਲ ਬਣੇ। ਐਂਟੀਸੀਡੈਂਟ ਰਿਵਰਸ ਤੁਹਾਨੂੰ ਇਹ ਕਹਿੰਦੀਆਂ ਨੇ ਕਿ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਹਿਮਾਲਿਆਸ ਨੇ, ਹਿਮਾਲਿਆਸ ਦੇ ਹੋਣ ਤੋਂ ਪਹਿਲਾਂ ਵੀ ਉੱਥੇ ਨਦੀਆਂ ਸੀ। ਠੀਕ ਹੈ, ਜਿੱਦਾਂ ਕਿ ਆ ਜਿਹੜਾ ਪਲੇਨ ਏਰੀਆ ਤੁਹਾਨੂੰ ਦਿਖ ਰਿਹਾ ਹੈ, ਇੱਥੇ ਕੁਝ ਰਿਵਰਸ ਜਿਹੜੀਆਂ ਹੈਗੀਆਂ ਨੇ ਉਹ ਫਲੋ ਕਰਦੀਆਂ ਨੇ। ਬਟ ਫਿਰ ਕੀ ਹੋਇਆ? ਫਿਰ ਤੁਹਾਡੀਆਂ ਪਲੇਟਸ ਐਕਟਿਵ ਹੋ ਗਈਆਂ ਤੇ ਪਲੇਟਸ ਐਕਟਿਵ ਹੋਣ ਦੇ ਨਾਲ ਦੋਨੋਂ ਪਾਸੋਂ ਕਨਵਰਜੈਂਸ ਲੱਗਣ ਲੱਗ ਗਈ। ਆਪਾਂ ਡਿਸਕਸ ਕੀਤਾ ਸੀ। ਤੇ ਜਦੋਂ ਦੋਨੋਂ ਪਾਸੋਂ ਕਨਵਰਜੈਂਸ ਲੱਗਦੀ ਹੈ, ਦੋਨੋਂ ਪਾਸੋਂ ਜਿਹਨੂੰ ਪੁਸ਼ ਫੈਕਟਰ ਆਂਦਾ ਹੈ, ਤਾਂ ਜਿਹੜੀ ਸੈਂਟਰ ਵਿੱਚ ਰੌਕਸ ਹੈ ਉਹ ਕੀ ਕਰਨ ਲੱਗ ਜਾਂਦੀਆਂ ਨੇ? ਫੋਲਡ ਹੋ ਕੇ ਰਾਈਜ਼ ਹੋਣੀ ਸ਼ੁਰੂ ਹੋ ਜਾਂਦੀਆਂ ਨੇ। ਸਪੋਜ਼ ਕਰੋ ਇਹ ਇੱਕ ਪਲੇਟ ਹੈ ਤੇ ਦੋਨੋਂ ਇੱਕ ਦੂਸਰੇ ਨੂੰ ਟੱਕਰ ਲਗਾ ਰਹੀਆਂ ਨੇ ਤੇ ਅਲਟੀਮੇਟਲੀ ਕੀ ਹੁੰਦਾ ਹੈ? ਸੈਂਟਰ ਵਾਲੀਆਂ ਰੌਕਸ 'ਚ ਫਾਲਟ ਆਂਦਾ ਹੈ ਤੇ ਟੁੱਟ ਕੇ ਮਾਊਂਟੇਨਸ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਐਂਟੀਸੀਡੈਂਟ ਰਿਵਰ ਇਹ ਕਹਿੰਦੀ ਹੈ ਕਿ ਜਦੋਂ ਇਹ ਏਰੀਆ ਐਦਾਂ ਸੀ ਨਾ, ਜਦੋਂ ਹਾਲੇ ਮਾਊਂਟੇਨ ਨਹੀਂ ਬਣੀਆਂ ਸੀਗੀਆਂ, ਉਦੋਂ ਵੀ ਇੱਥੇ ਰਿਵਰ ਸੀਗੀਆਂ, ਲੇਕਿਨ ਹੌਲੀ 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 ਇੱਥੇ ਉਚਾਈ ਆਂਦੀ ਰਹੀ। ਜਿੰਨੀ ਜਿੰਨੀ ਮਾਊਂਟੇਨ ਰਾਈਜ਼ ਕਰਦੀ ਗਈ, ਰਿਵਰ ਉਨਾ ਹੀ ਆਪਣਾ ਰਸਤਾ ਹੋਰ ਡੀਪ 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 ਕੱਟਦੀ ਗਈ। ਐਜ਼ ਅ ਰਿਜ਼ਲਟ ਕੀ ਹੋਇਆ? ਪਹਿਲਾ ਪਲੇਨ ਸੀਗਾ ਏਰੀਆ ਤੇ ਰਿਵਰਸ ਫਲੋ ਕਰਦੀਆਂ ਸੀਗੀਆਂ, ਬਟ ਰਿਵਰ ਨੇ ਦੇਖਿਆ ਆ ਕੀ ਹੋ ਰਿਹਾ, ਹੌਲੀ 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 ਹਾਈਟ ਵਧ ਰਹੀ ਹੈ। ਜੇ ਮੈਂ ਆਪਣਾ ਕਟਿੰਗ ਐਕਸ਼ਨ ਨਾ ਵਧਾਇਆ ਤਾਂ ਰਿਵਰ ਤਾਂ ਫਲੋ ਨਹੀਂ ਕਰ ਪਾਉਗੀ। ਕਿਉਂ? ਬਿਕਾਜ਼ ਪਾਣੀ ਹਮੇਸ਼ਾ ਹਾਇਰ ਹਾਈਟ ਤੋਂ ਲੋਅਰ ਹਾਈਟ ਵੱਲ ਨੂੰ ਜਾਂਦਾ ਹੈ। ਜੇਕਰ ਰਿਵਰ ਦੇ ਸਾਹਮਣੇ ਹਾਈ ਹਾਈਟ ਆ ਜਾਊਗੀ ਤਾਂ ਰਿਵਰ ਉਹਨੂੰ ਕ੍ਰਾਸ ਨਹੀਂ ਕਰ ਪਾਉਗੀ। ਤਾਂ ਇਹੋ ਜਿਹੇ ਕੇਸਿਸ ਵਿੱਚ ਕੁਝ ਰਿਵਰਸ ਐਸੀਆਂ ਸੀਗੀਆਂ ਕਿ ਜਿੱਦਾਂ ਜਿੱਦਾਂ ਹਾਈਟ ਵੱਧ ਰਹੀ ਸੀ, ਰਿਵਰਸ ਨੇ ਉਦਾਂ ਆਪਣਾ ਕਟਿੰਗ ਐਕਸ਼ਨ ਹੋਰ ਸਟਰੋਂਗ ਕਰਤਾ, ਹੋਰ ਉਹ ਡਾਊਨਵਰਡ ਕੱਟ ਕਰਦੀਆਂ ਰਹੀਆਂ। ਜਿਹਦਾ ਰਿਜ਼ਲਟ ਕੀ ਹੋਇਆ ਕਿ ਅੱਜ ਦੇ ਟਾਈਮ 'ਚ ਬੇਸ਼ੱਕ ਤੁਹਾਡੇ ਕੋਲ ਉੱਥੇ ਮਾਊਂਟੇਨਸ ਆ ਗਈਆਂ ਨੇ, ਬੇਸ਼ੱਕ ਉੱਥੇ ਹਾਈ ਹਾਈਟ ਵਾਲੀਆਂ ਮਾਊਂਟੇਨਸ ਆ ਗਈਆਂ ਨੇ, ਲੇਕਿਨ ਨਾਲ ਜਿਹੜੀ ਰਿਵਰ ਉੱਥੇ ਫਲੋ ਕਰਦੀ ਸੀ ਉਹ ਲਗਾਤਾਰ ਆਪਣਾ ਰਸਤਾ ਜਿਹੜਾ ਹੈਗਾ ਡੂੰਘਾ ਕਰਦੀ ਗਈ, ਆਪਣੀ ਵੈਲੀ ਹੋਰ ਡਾਊਨਵਰਡ ਕੱਟ ਕਰਦੀ ਗਈ। ਜਿਸ ਕਰਕੇ ਸਾਡੇ ਕੋਲ ਅੱਜ ਵੀ ਤੁਸੀਂ ਕਿੰਨੇ ਉੱਚੇ ਪਹਾੜਾਂ ਤੇ ਚਲੇ ਜਾਓ, ਤੁਹਾਨੂੰ
ਇੰਨੀ ਉੱਚੀ ਹਾਈਟ ਤੇ ਇੰਦਸ ਰਿਵਰ ਮਿਲਦੀ ਹੈ, ਸਤਲੁਜ ਰਿਵਰ ਮਿਲਦੀ ਹੈ। ਕਿਉਂ? ਬਿਕਾਜ਼ ਪਹਿਲਾਂ ਜਦੋਂ ਪਹਾੜ ਨਹੀਂ ਬਣੇ ਸੀਗੇ ਉਦੋਂ ਵੀ ਉਹ ਨਦੀਆਂ ਉੱਥੋਂ ਹੀ ਜਾਂਦੀਆਂ ਸੀ, ਲੇਕਿਨ ਕੁਝ ਨਦੀਆਂ ਨਹੀਂ ਕਰ ਪਾਉਂਦੀਆਂ। ਕੁਝ ਨਦੀਆਂ ਜਿਹੜੀਆਂ ਕਿ ਮਾਊਂਟੇਨ ਦੇ ਰਾਈਜ਼ ਨਾਲ ਆਪਣੀ ਇਰੋਜਨ ਨੂੰ ਨਹੀਂ ਵਧਾਉਂਦੀਆਂ, ਉਹ ਰਿਵਰਸ ਲੌਸਟ ਜਾਂਦੀਆਂ ਨੇ। ਲੇਕਿਨ ਜਿਹੜੀ ਰਿਵਰਸ ਨੇ ਇਸ ਚੈਲੰਜ ਨੂੰ ਐਕਸੈਪਟ ਕੀਤਾ ਤੇ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਐਡੀ ਹਾਈਟ ਤੇ ਉਹ ਰਿਵਰਸ ਮਿਲ ਰਹੀਆਂ ਨੇ। ਉਹ ਕਿਉਂ ਮਿਲ ਰਹੀਆਂ ਨੇ? ਬਿਕਾਜ਼ ਜਿੱਦਾਂ ਜਿੱਦਾਂ ਮਾਊਂਟੇਨਸ ਰਾਈਜ਼ ਕੀਤੀਆਂ ਉਦਾਂ ਉਦਾਂ ਉਹ ਰਿਵਰਸ ਨੇ ਆਪਣਾ ਕਟਿੰਗ ਐਕਸ਼ਨ ਹੋਰ ਵਧਾਉਂਦੀਆਂ ਗਈਆਂ। ਦੈਟ ਇਜ਼ ਵਾਈ ਤੁਹਾਨੂੰ ਬੜੀ ਬੜੀ ਮਾਊਂਟੇਨ ਰੇਂਜਸ ਵਿੱਚੋਂ ਇੰਦਸ ਪਾਸ ਹੁੰਦੀ ਦਿਖਦੀ ਹੈ, ਸਤਲੁਜ ਆਂਦੀ ਦਿਸਦੀ ਹੈ, ਬ੍ਰਹਮਪੁੱਤਰਾ ਆਂਦੀ ਦਿਸਦੀ ਹੈ, ਬਿਕਾਜ਼ ਦੋਜ਼ ਰਿਵਰਸ ਐਗਜ਼ਿਸਟਡ ਬਿਫੋਰ ਮਾਊਂਟੇਨ ਫਾਰਮੇਸ਼ਨ। ਐਸੀ ਰਿਵਰਸ ਨੂੰ ਕਿਹਾ ਜਾਂਦਾ ਹੈ ਐਂਟੀਸੀਡੈਂਟ ਰਿਵਰਸ। ਔਰ ਇਸ ਕਨਸੈਪਟ ਨਾਲ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਿੱਦਾਂ ਇਹ ਰਿਵਰਸ ਹਿਮਾਲਿਆਜ਼ ਨੂੰ ਕ੍ਰਾਸ ਕਰਕੇ ਆ ਰਹੀਆਂ ਨੇ, ਕਿਉਂਕਿ ਇਹ ਸਾਰੀਆਂ ਰਿਵਰਸ ਇੰਦਸ, ਬ੍ਰਹਮਪੁੱਤਰਾ, ਸਤਲੁਜ ਇਹ ਹਿਮਾਲਿਆਜ਼ ਤੋਂ ਵੀ ਪੁਰਾਣੀਆਂ ਨੇ। ਦੇ ਆਰ 올ਡਰ ਦੈਨ ਹਿਮਾਲਿਆਜ਼। ਲੇਕਿਨ ਕਿਉਂਕਿ ਉਹਨਾਂ ਨੇ ਆਪਣਾ ਕਟਿੰਗ ਐਕਸ਼ਨ ਉਨਾ ਹੀ ਸਟਰੋਂਗ ਕਰ ਲਿਆ ਜਿੱਦਾਂ ਜਿੱਦਾਂ ਕਿ ਪਹਾੜ ਉੱਠ ਰਹੇ ਸੀ, ਰਾਈਜ਼ ਹੋ ਰਹੇ ਸੀ, ਇਸ ਕਰਕੇ ਮਾਊਂਟੇਨਸ ਉਹਨਾਂ ਨੂੰ ਬਲੌਕ ਨਹੀਂ ਕਰ ਪਾਈਆਂ। ਦੈਟ ਇਜ਼ ਦ ਮੇਨ ਆਈਡੀਆ ਆਫ ਐਂਟੀਸੀਡੈਂਟ ਰਿਵਰ। ਬ੍ਰਹਮਪੁੱਤਰਾ ਰਿਵਰ ਤਾਂ ਫੇਮਸ ਹੈ ਆਪਣੇ ਡੀਪ ਡੀਪ ਗੋਰਜਸ ਦੇ ਲਈ। ਐਂਟੀ ਮਤਲਬ ਤੁਹਾਨੂੰ ਪਤਾ ਹੈ, ਐਂਟੀ ਉਲਟਾ ਚੱਲਣਾ। ਤੇ ਨਾਰਮਲੀ ਤਾਂ ਕੀ ਹੋਣਾ ਸੀ ਕਿ ਜਿਹੜੇ ਰਸਤਿਆਂ ਵਿੱਚੋਂ ਉਹ ਜਾ ਰਹੀਆਂ ਸੀ, ਜੇ ਉੱਥੇ ਪਹਾੜ ਬਣਨੇ ਸ਼ੁਰੂ ਹੋ ਗਏ ਸੀ, ਰਿਵਰ ਨੂੰ ਗੁੰਮ ਹੋ ਜਾਣਾ ਚਾਹੀਦਾ ਸੀ। ਲੇਕਿਨ ਇਹ ਰਿਵਰਸ ਗੁੰਮ ਨਹੀਂ ਹੋਈਆਂ। ਇਹ ਰਿਵਰਸ ਨੇ ਆਪਣੇ ਕਟਿੰਗ ਐਕਸ਼ਨ ਨੂੰ ਹੋਰ ਸਟਰੋਂਗ ਕੀਤਾ, ਆਪਣੇ ਰਸਤੇ ਹੋਰ ਗਹਿਰੇ ਕੀਤੇ ਤੇ ਅੱਜ ਤੱਕ ਉਹ ਰਿਵਰਸ ਮੌਜੂਦ ਨੇ। ਉਹਨਾਂ ਰਿਵਰਸ ਨੂੰ ਕਿਹਾ ਜਾਂਦਾ ਹੈ ਐਂਟੀਸੀਡੈਂਟ ਰਿਵਰ। ਇੰਦਸ ਰਿਵਰ, ਸਤਲੁਜ ਰਿਵਰ, ਬ੍ਰਹਮਪੁੱਤਰਾ ਰਿਵਰ, ਇਹ ਤਿੰਨ ਬਹੁਤ ਅੱਛੀ ਐਗਜ਼ਾਮਪਲਸ ਨੇ ਇੰਦਸ ਰਿਵਰ ਤੁਹਾਡੇ ਐਂਟੀਸੀਡੈਂਟ ਰਿਵਰ ਸਿਸਟਮ ਦੀਆਂ। ਫਾਈਨ एवरीवन। ਇਸ ਤੋਂ ਇਲਾਵਾ ਇੱਕ ਹੋਰ ਇੱਥੇ ਆਪਸ਼ਨ ਦਿੱਤਾ ਗਿਆ ਕੌਨਸੀਕੁਐਂਟ। ਕੌਨਸੀਕੁਐਂਟ ਰਿਵਰਸ ਕਿਹੜੀਆਂ ਹੁੰਦੀਆਂ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਾਂ। ਸਾਡੇ ਕੋਲ ਜਿਹੜਾ ਆਹ ਡਾਇਗਰਾਮ ਦਿੱਤਾ ਗਿਆ ਹੈ, ਇਹ ਇੱਕ ਢਲਾਨ ਦਾ ਡਾਇਗਰਾਮ ਹੈ, ਇਹ ਇੱਕ ਸਲੋਪ ਦਾ ਡਾਇਗਰਾਮ ਹੈ। ਸਾਨੂੰ ਇਹ ਸਮਝ ਆਉਂਦਾ ਹੈ ਕਿ ਜੋ ਵਾਟਰ ਹੈ ਉਹ ਹਾਈ ਹਾਈਟ ਹਾਇਰ ਸਲੋਪ ਤੋਂ ਲੋਅਰ ਸਲੋਪ ਵੱਲ ਜਾਊਗਾ, ਢਲਾਨ ਨੂੰ ਫੋਲੋ ਕਰੂਗਾ। ਜਿਹੜੀ ਰਿਵਰ ਸਭ ਤੋਂ ਪਹਿਲਾਂ ਇਸ ਢਲਾਨ ਤੇ ਡਿਵੈਲਪ ਹੋਊਗੀ, ਸਭ ਤੋਂ ਪਹਿਲਾਂ ਵਾਟਰ ਜਦੋਂ ਇੱਕ ਚੈਨਲ ਚ ਫਲੋ ਕਰ ਰਿਹਾ ਹੈ, ਸਭ ਤੋਂ ਪਹਿਲਾਂ ਜਿਹੜੀ ਰਿਵਰ ਇਸ ਸਲੋਪ ਤੇ ਡਿਵੈਲਪ ਹੁੰਦੀ ਹੈ ਬਿਕਾਜ਼ ਆਫ ਦ ਨੈਚੁਰਲ ਸਲੋਪ ਦੀ ਡਾਇਰੈਕਸ਼ਨ ਦੇ ਵਿੱਚ ਸਲੋਪ ਇਸ ਤਰਫ ਜਾ ਰਹੀ ਹੈ ਤੇ ਇਹ ਰਿਵਰ ਵੀ ਸੇਮ ਇਸੀ ਤਰਫ ਜਾ ਰਹੀ ਹੈ। ਜਿਹੜੀ ਸਲੋਪ ਨੂੰ ਫੋਲੋ ਕਰਦੀ ਹੈ ਤੇ ਸਭ ਤੋਂ ਪਹਿਲਾਂ ਬਣਦੀ ਹੈ, ਉਹਨੂੰ ਕਹਿੰਦੇ ਆ ਕੌਨਸੀਕੁਐਂਟ ਰਿਵਰਸ। ਫਰਸਟ ਰਿਵਰ ਟੂ ਡਿਵੈਲਪ on a newly formed slope, जो कि natural slope ਨੂੰ follow ਕਰਦੀਆਂ ਨੇ, they are called as consequent rivers। ਠੀਕ ਹੈ ਜੀ। now consequent ਤੋਂ ਬਾਅਦ ਕੁਝ ਆਉਂਦੀਆਂ ਨੇ subsequent, ਹਾਲਾਂਕਿ ਆਪਸ਼ਨ ਚ ਨਹੀਂ ਦਿੱਤੀਆਂ ਹੋਈਆਂ, ਗੱਲ ਕਰ ਲੈਂਦੇ ਆ, ਨਾਮ ਹੀ ਦੱਸ ਰਿਹਾ। subsequent rivers ਉਹ ਹੋਣਗੀਆਂ ਜੋ ਕਿ consequent rivers ਤੋਂ ਬਾਅਦ ਬਣਨਗੀਆਂ। ਤੇ ਇਹ ਜਿੱਦਾਂ ਕਿ consequent rivers ਚ ਕੀ ਹੁੰਦਾ ਹੈ ਕਿ slope ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਜਿੱਦਾਂ ਦੀ ਸਲੋਪ ਹੋਏਗੀ ਉਦਾਂ ਰਿਵਰ ਫਲੋ ਕਰੇਗੀ। ਆਪਾਂ ਦੇਖਿਆ ਇਸ ਤਰਫ ਸਲੋਪ ਜਾ ਰਹੀ ਸੀ, ਰਿਵਰ ਵੀ ਤੁਹਾਡੀ ਇਸੇ ਤਰਫ ਜਾ ਰਹੀ ਹੈ। ਸਬਸੀਕੁਐਂਟ ਰਿਵਰਸ ਜਿਹੜੀਆਂ ਹੈਗੀਆਂ ਨੇ ਉਹ ਰੌਕਸ ਦੇ ਹਿਸਾਬ ਨਾਲ ਆਉਂਦੀਆਂ ਨੇ। ਉਹ ਜਿੱਥੇ ਜਿੱਥੇ ਵੀਕ ਰੌਕਸ ਹੁੰਦੀਆਂ ਨੇ ਨਾ, ਜਿੱਥੇ ਜਿੱਥੇ ਕੋਈ ਫਾਲਟ ਹੈ, ਕੋਈ ਰੌਕ ਟੁੱਟੀ ਹੋਈ ਹੈ, ਕੋਈ ਸਟਰਕਚਰ ਵੀਕ ਹੈ, ਉਹਨੂੰ ਫੋਲੋ ਕਰਦੇ ਹੋਏ ਨਾਲ ਨਾਲ ਆ ਕੇ ਜਿਹੜੀਆਂ ਮੀਟ ਕਰਨਗੀਆਂ ਤੁਹਾਡੀ ਮੇਨ ਰਿਵਰ ਨੂੰ, ਇਹਨਾਂ ਨੂੰ ਆਪਾਂ ਕਹਿੰਦੇ ਆ ਸਬਸੀਕੁਐਂਟ ਰਿਵਰਸ, ਜੋ ਕਿ ਰੌਕ ਦੀ ਫਾਲਟਸ ਦੇ ਹਿਸਾਬ ਨਾਲ, ਰੌਕ ਦੇ ਸਟਰਕਚਰ ਦੇ ਹਿਸਾਬ ਨਾਲ ਫਲੋ ਕਰਦੀਆਂ ਨੇ, ਨਾ ਕਿ ਮੇਨ ਸਲੋਪ ਨਾਲ। ਮੇਨ ਸਲੋਪ ਨਾਲ ਜੋ ਫਲੋ ਕਰੂਗੀ ਉਹ ਕੀ ਹੋਊਗੀ? ਕੌਨਸੀਕੁਐਂਟ। ਜੋ ਰੌਕਸ ਦੇ ਨਾਲ ਆਣਗੀਆਂ, ਦੇਖੋ ਰਿਵਰ ਨੂੰ ਕੀ ਚਾਹੀਦਾ ਹੈ? ਆਸਾਨ ਰਸਤਾ। ਉਹ ਹਮੇਸ਼ਾ ਟੁੱਟੀਆਂ ਹੋਈਆਂ ਰੌਕਸ, ਵੀਕਰ ਰੌਕਸ ਨੂੰ ਜਦੋਂ ਫੋਲੋ ਕਰ ਆ ਕੇ ਤੁਹਾਡੀ ਮੇਨ ਰਿਵਰ ਨੂੰ ਮਿਲੂਗੀ, ਉਹਨਾਂ ਨੂੰ ਕਿਹਾ ਜਾਂਦਾ ਹੈ ਸਬਸੀਕੁਐਂਟ ਰਿਵਰਸ। ਠੀਕ ਹੈ ਜੀ। ਫਿਰ ਸਾਡੇ ਕੋਲ ਕੁਝ ਆਬਸੀਕੁਐਂਟ ਰਿਵਰਸ ਵੀ ਹੁੰਦੀਆਂ ਨੇ। ਆਬਸੀਕੁਐਂਟ ਰਿਵਰਸ ਕੀ ਨੇ? ਜੋ ਕਿ ਆਪੋਜ਼ਿਟ ਫਲੋ ਕਰਦੀਆਂ ਨੇ ओरिजिनल ਸਲੋਪ ਤੋਂ। ਮਤਲਬ ਬੇਸਿਕਲੀ ਆ ਦੇਖੋ, ਦਿਸ ਇਜ਼ योर ਮੇਨ ਰਿਵਰ, ਸਭ ਤੋਂ ਪਹਿਲਾਂ ਡਿਵੈਲਪ ਹੋਈ, ਕੌਨਸੀਕੁਐਂਟ। ਇਹ ਆ ਕੇ ਇਹਨੂੰ ਮਿਲ ਰਹੀ ਹੈ, ਇਹ ਹੋ ਗਈ ਸਬਸੀਕੁਐਂਟ। ਹੁਣ ਜਿਹੜੀ ਆ ਕੇ ਤੁਹਾਡੇ ਸਬਸੀਕੁਐਂਟ ਰਿਵਰ ਨੂੰ ਮਿਲ ਰਹੀ ਹੈ, ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਸਲੋਪ ਕਿੱਥੇ ਜਾ ਰਹੀ ਹੈ। ਉਹ ओरिजिनल ਸਲੋਪ ਤੋਂ ਪੁੱਠਾ ਹੀ ਜਾ ਰਹੀ ਹੈ, ਲੇਕਿਨ ਜਾਕਰ ਕਿਹਨੂੰ ਮਿਲ ਰਹੀ ਹੈ? ਸਬਸੀਕੁਐਂਟ ਨੂੰ ਮਿਲ ਰਹੀ ਹੈ। ਇਹ ਜੀ ਰਿਵਰਸ ਨੂੰ ਕਿਹਾ ਜਾਂਦਾ ਹੈ ਆਬਸੀਕੁਐਂਟ ਰਿਵਰਸ।
ਠੀਕ ਹੈ ਜੀ। ਐਂਡ ਦੈਨ देयर आर ਇਨਸੀਕੁਐਂਟ ਰਿਵਰਸ ਜਿਨ੍ਹਾਂ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ, ਰੈਂਡਮਲੀ ਕਿਸੇ ਵੀ ਪਾਸੇ ਨੂੰ ਇਹ ਡਿਵੈਲਪ ਹੋ ਸਕਦੇ ਆ, ਨਾ ਕੋਈ ਰਿਲੇਸ਼ਨ ਰੌਕਸ ਨਾਲ ਹੈ, ਨਾ ਕੋਈ ਰਿਲੇਸ਼ਨ ਸਲੋਪ ਨਾਲ ਹੈ, ਉਦਾਂ ਦੀ ਰਿਵਰਸ ਨੂੰ ਕਿਹਾ ਜਾਂਦਾ ਹੈ ਇਨਸੀਕੁਐਂਟ ਰਿਵਰਸ। ਹਾਲਾਂਕਿ ਸਭ ਤੋਂ ਇੰਪੋਰਟੈਂਟ ਜੋ ਐਗਜ਼ਾਮ 'ਚ ਸਾਨੂੰ ਪੁੱਛਿਆ ਜਾਂਦਾ ਹੈ ਦੈਟ ਇਜ਼ ਐਂਟੀਸੀਡੈਂਟ, ਜੋ ਆਪਾਂ ਪਿੱਛੇ ਦੇਖਿਆ। ਕਿਉਂ? ਬਿਕਾਜ਼ ਇੰਦਸ, ਸਤਲੁਜ, ਬ੍ਰਹਮਪੁੱਤਰਾ ਇਹ ਤੁਹਾਡੀਆਂ ਐਂਟੀਸੀਡੈਂਟ ਰਿਵਰਸ ਨੇ। ਫਿਰ ਕੌਨਸੀਕੁਐਂਟ ਰਿਵਰਸ ਜਿਹੜੀਆਂ ਸਲੋਪ ਨੂੰ ਫੋਲੋ ਕਰਦੀਆਂ ਨੇ। ਸਬਸੀਕੁਐਂਟ ਰਿਵਰਸ ਜੋ ਕਿ ਰੌਕਸ ਦੀਆਂ ਕਮੀਆਂ ਨੂੰ ਦੇਖ ਕੇ ਆ ਕੇ ਤੁਹਾਡੀ ਮੇਨ ਰਿਵਰ ਨਾਲ ਮਿਲਦੀਆਂ ਨੇ। ਤੇ ਫਿਰ ਹੁੰਦੀਆਂ ਨੇ ਆਬਸੀਕੁਐਂਟ ਜੋ ਕਿ ਤੁਹਾਡੇ ਫਰਦਰ ਜਾ ਕੇ ਸਬਸੀਕੁਐਂਟ ਰਿਵਰਸ ਨੂੰ ਮਿਲਦੀਆਂ ਨੇ। ਠੀਕ ਹੈ, ਇਸ ਤਰੀਕੇ ਦਾ ਬਣਦਾ ਇਹ ਡਰੇਨੇਜ ਪੈਟਰਨ। ਬਹੁਤ ਅੱਛਾ ਕੁਐਸਚਨ ਹੈ। ਇੱਥੋਂ ਹੋਰ ਵੀ ਤਰ੍ਹਾਂ ਦੇ ਕੁਐਸਚਨਸ ਇਨ ਫਿਊਚਰ ਬਣ ਸਕਦੇ ਨੇ, ਇਸ ਕਰਕੇ ਆਪਾਂ ਇਹਨੂੰ ਡਿਟੇਲ ਵਿੱਚ ਡਿਸਕਸ ਕਰ ਦਿੱਤਾ ਹੈ। ਚਲੋ ਜੀ, ਨੈਕਸਟ ਕੁਐਸਚਨ ਦੇਖਦੇ ਹਾਂ। It says that at which of the following places the variability of rainfall be highest? ਕਿ ਇਹਨਾਂ ਕੁਝ ਆਪਸ਼ਨਸ ਦਿੱਤੇ ਨੇ ਸਾਡੇ ਕੋਲ, ਕੁਝ ਪਲੇਸਿਸ ਦੇ ਨਾਮ ਨੇ ਕਿ ਇੱਥੇ ਸਭ ਤੋਂ ਜ਼ਿਆਦਾ ਰੇਨਫਾਲ ਦੀ ਵੇਰੀਏਬਿਲਿਟੀ ਕਿੱਥੇ ਹੋਏਗੀ। ਹੁਣ ਇੱਥੇ ਇੱਕ ਟੌਪਿਕ ਆ ਜਾਂਦਾ ਹੈ ਰੇਨਫਾਲ ਡਿਸਟ੍ਰੀਬਿਊਸ਼ਨ। ਜਦੋਂ ਆਪਾਂ ਇੰਡੀਅਨ ਜੀਓਗ੍ਰਾਫੀ ਕਵਰ ਕਰਦੇ ਹਾਂ ਤਾਂ ਇੰਡੀਅਨ ਜੀਓਗ੍ਰਾਫੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੰਡੀਆ ਵਿੱਚ ਕਿੱਦਾਂ ਕਿੱਥੇ ਕਿੰਨੀ ਰੇਨਫਾਲ ਹੁੰਦੀ ਹੈ। ਤੇ ਉਸ ਟਾਈਮ ਤੇ ਅਸੀਂ ਵੇਰੀਏਬਿਲਿਟੀ ਦੀ ਗੱਲ ਕਰਦੇ ਹਾਂ। ਵੇਰੀਏਬਿਲਿਟੀ ਦੀ ਗੱਲ ਹੁੰਦੀ ਹੈ ਕਿ ਮਤਲਬ ਜਿੰਨੀ ਐਵਰੇਜ ਰੇਨਫਾਲ ਹੁੰਦੀ ਹੈ, ਐਵਰੇਜ ਰੇਨਫਾਲ ਤੋਂ ਕਿੰਨੀ ਜ਼ਿਆਦਾ ਵੇਰੀਏਸ਼ਨ ਇੱਥੇ ਪੋਸੀਬਲ ਹੈ। ਜਿੰਨੀ ਜ਼ਿਆਦਾ ਵੇਰੀਏਬਿਲਿਟੀ ਹੋਏਗੀ, ਮਤਲਬ ਸਪੋਜ਼ ਕਰੋ ਆਪਾਂ ਐਗਜ਼ਾਮਪਲ ਲੈਂਦੇ ਹਾਂ, ਮੈਂ ਤੁਹਾਨੂੰ ਦੋ ਜਗ੍ਹਾਵਾਂ ਦੇ ਨਾਮ ਦਿੰਦੀ ਹਾਂ। ਇੱਕ ਹੈਗਾ ਲੈਟਸ ਸੇ ਇੱਕ ਸਟੇਟ ਹੈਗੀ ਹੈ ਰਾਜਸਥਾਨ ਤੇ ਦੂਸਰੀ ਸਟੇਟ ਹੈਗੀ ਹੈ ਮੇਘਾਲਿਆ। ਹੁਣ ਰਾਜਸਥਾਨ ਦੇ ਵਿੱਚ ਸਾਨੂੰ ਪਤਾ ਹੈ ਕਿ ਇੱਥੇ ਬਹੁਤ ਘੱਟ ਰੇਨਫਾਲ ਹੁੰਦੀ ਹੈ, ਲੋ ਰੇਨਫਾਲ ਹੁੰਦੀ ਹੈ। ਵੇਅਰ ਐਜ਼ ਮੇਘਾਲਿਆ ਦੀ ਜੇ ਮੈਂ ਗੱਲ ਕਰਾਂ ਤਾਂ ਉੱਥੇ ਮਾਈਸਨਰਾਮ ਹੈ, ਚਿਰਾਪੁੰਜੀ ਹੈ ਵਿਚ ਆਰ ਨੋਨ ਫॉर ਦੀ ਹਾਈਐਸਟ ਰੇਨਫਾਲ, ਸਭ ਤੋਂ ਵੱਧ ਬਾਰਿਸ਼ ਦੁਨੀਆ ਭਰ 'ਚ ਜਿੱਥੇ ਹੁੰਦੀ ਹੈ। ਤਾਂ ਕੀ ਹੁੰਦਾ ਹੈ, ਮੇਘਾਲਿਆ ਵਿੱਚ ਹਰ ਦਿਨ ਬਾਰਿਸ਼ ਹੁੰਦੀ ਹੈ, ਐਵਰੀ ਡੇ। ਪਰ ਰਾਜਸਥਾਨ ਦੇ ਵਿੱਚ ਕਦੇ-ਕਦੇ ਬਾਰਿਸ਼ ਹੁੰਦੀ ਹੈ। ਇਹ ਫਰਕ ਸਾਨੂੰ ਸਮਝ ਆ ਰਿਹਾ ਹੈ। ਮੇਘਾਲਿਆ ਦੇ ਵਿੱਚ ਹਮੇਸ਼ਾ ਹੈਵੀ ਰੇਨਫਾਲ ਹੋਊਗੀ। ਤੁਸੀਂ ਘਰ ਤੋਂ ਬਾਹਰ ਜਾਣਾ ਹੈ ਤਾਂ ਛਾਤਾ ਲੈ ਕੇ ਜਾਣਾ ਹੀ ਪਊਗਾ। ਕਿਉਂ? ਬਿਕਾਜ਼ ਹਮੇਸ਼ਾ ਹੀ ਬਾਰਿਸ਼ ਹੁੰਦੀ ਹੈ। ਦੁਨੀਆ ਦੀ ਸਭ ਤੋਂ ਵੈਟੈਸਟ ਪਲੇਸਿਸ ਚਿਰਾਪੁੰਜੀ, ਮਾਈਸਨਰਾਮ ਕਿੱਥੇ ਹੈ? ਮੇਘਾਲਿਆ ਦੇ ਵਿੱਚ ਹੈ। ਰਾਜਸਥਾਨ ਵਿੱਚ ਰੋਜ਼ ਬਾਰਿਸ਼ ਨਹੀਂ ਹੁੰਦੀ। ਤਾਂ ਮਤਲਬ ਇੱਥੇ ਵੇਰੀਏਸ਼ਨ ਨਹੀਂ ਹੈ ਜ਼ਿਆਦਾ, ਮੇਘਾਲਿਆ ਵਿੱਚ ਜ਼ਿਆਦਾ ਵੇਰੀਏਸ਼ਨ ਨਹੀਂ ਹੈ। ਉੱਥੇ ਪਤਾ ਹੀ ਹੈ ਕਿ ਰੋਜ਼ ਬਾਰਿਸ਼ ਹੋਣੀ ਹੈ। ਤਾਂ ਇਹਦਾ ਮਤਲਬ ਜਿੱਥੇ ਵੇਰੀਏਸ਼ਨ ਜ਼ਿਆਦਾ ਕਿੱਥੇ ਹੈ? ਜ਼ਿਆਦਾ ਵੇਰੀਏਸ਼ਨ ਹੈਗੀ ਰਾਜਸਥਾਨ 'ਚ। ਜਾਂ ਤਾਂ ਬਾਰਿਸ਼ ਹੈ ਨਹੀਂ ਜਾਂ ਫਿਰ ਬਹੁਤ ਦੇਰ ਬਾਅਦ ਬਾਰਿਸ਼ ਹੋ ਰਹੀ ਹੈ। ਰਾਜਸਥਾਨ ਇਜ਼ ਦ ਏਰੀਆ ਜਿੱਥੇ ਸਭ ਤੋਂ ਜ਼ਿਆਦਾ ਵੇਰੀਏਸ਼ਨ ਹੋਏਗੀ ਐਵਰੇਜ ਰੇਨਫਾਲ ਤੋਂ। ਜਿੰਨੀ ਜ਼ਿਆਦਾ ਵੇਰੀਏਸ਼ਨ ਹੋਏਗੀ ਉਨੀ ਘੱਟ ਰਿਲਾਇਬਿਲਿਟੀ ਹੋਏਗੀ। हाई वेरिएबिलिटी होना कि बारिश होगी कि नहीं होगी ये बहुत अनसर्टेन है। कोई दस नहीं सकता कि बारिश पक्की कितनी होगी, कदों होगी। वेयर एज मेघालय दे विच कोई वेरिएबिलिटी नहीं है, उत्थे रोज ही बारिश हो रही है। तो उत्थे तुसी सर्टेन हो कि बारिश होनी ही होनी है, उत्थे वेरिएबिलिटी घट है। जिथे ज्यादा बारिश हुंदी है उत्थे रेनफॉल दी वेरिएबिलिटी घट होएगी। लेकिन राजस्थान वर्गी स्टेट जिथे बहुत घट बारिश हुंदी है, कदे कदे बारिश हुंदी है, उत्थे वेरिएबिलिटी ज्यादा होगी। ठीक है जी। सो राजस्थान इज वन ऑप्शन जिथे सब तो ज्यादा वेरिएशन होएगी। सब तो अनसर्टेन है कि कद बारिश होनी है, कद बारिश नहीं होनी। कदे कदे एक साल 200 mm की बारिश हो जाती है, कदे 500 mm की बारिश हो जाती है। बहुत ज्यादा वेरिएशन हैगा एवरेज तो, इस करके सब तो ज्यादा वेरिएशन किथे मिलती है? राजस्थान विच। सो द स्टेट विद हाईएस्ट वेरिएबिलिटी जिहड़ी गिवन ऑप्शंस ने, इन्हां विचों किहड़ा ऑप्शन आंदा है? राजस्थान। मेघालय दे विच तां एक्सट्रीमली हाई रेनफॉल हुंदी है, उत्थे वेरिएबिलिटी लो हुंदी है। फाइन एवरीवन। सो दैट इज द कॉन्सेप्ट कि जिवें जिवें बारिश घटेगी, जिवें जिवें जेड़ी जगहां ते रेनफॉल घट हुंदी है उत्थे वेरिएबिलिटी वध हुंदी है। राजस्थान विच अमूमन बारिश घट हुंदी है, इस करके वेरिएशन ज्यादा हुंदी है। घट होण नूं बहुत घट हो सकती है, होण नूं हो भी सकती है। इस करके अनसर्टेनिटी राजस्थान विच ज्यादा रहिंदी है। दैट इज अ बेसिक कॉन्सेप्ट रिलेटेड टू इंडियन जोग्राफी जो तुसी रेनफॉल डिस्ट्रीब्यूशन बारे पढ़ते हो। ठीक है जी। अगला क्वेश्चन देख लेंगे।
ਨਾਓ ਇਹ ਥੋੜਾ ਉਹਨਾਂ ਨੇ ਤੁਹਾਨੂੰ ਮੈਮੋਰਾਈਜ਼ੇਸ਼ਨ ਵਾਲਾ ਕੁਐਸਚਨ ਦਿੱਤਾ ਹੈ। स्टेट्स के नाम दिते हैं महाराष्ट्र, आंध्र प्रदेश, तमिलनाडु, गुजरात ते ਤੁਹਾਨੂੰ ਕਿਹਾ ਹੈ ਕਿ ਇਹਨਾਂ ਸਟੇਟਸ ਨੂੰ ਉਹਨਾਂ ਦੀ ਕੋਸਟਲ ਲੈਂਥ ਦੇ ਹਿਸਾਬ ਦੇ ਨਾਲ ਅਰੇਂਜ ਕਰੋ। ਜਦੋਂ ਅਸੀਂ ਇੰਡੀਆ ਦਾ ਮੈਪ ਦੇਖਦੇ ਹਾਂ ਤਾਂ ਸਾਨੂੰ ਦਿਖਦਾ ਹੈ ਕਿ ਇੰਡੀਆ ਦਾ ਸਿਗਨੀਫੀਕੈਂਟ ਕੋਸਟ ਲਾਈਨ, ਕਾਫੀ बड़ी कोस्ट लाइन है इंडिया दी। गुजरात, महाराष्ट्र, गोवा, कर्नाटका, केरला, तमिलनाडु, आंध्र प्रदेश, उड़ीसा, वेस्ट बंगाल, ये सारे थोड़े टच करते ने सीज नू या ओशनस नू। जेकर आपां गल करिए साडी वेस्ट कोस्ट दी तां गुजरात, महाराष्ट्र, गोवा, कर्नाटका, केरला ये किनू टच करते ने अरेबियन सी नू। जे आपां ईस्ट कोस्ट की गल करिए वेस्ट बंगाल, उड़ीसा, आंध्र प्रदेश एंड तमिलनाडु ये टच करते ने बे ऑफ बंगाल। क्वेश्चन ये दिता है कि कोस्ट लाइन के हिसाब के नाल तुसी अरेंज करो। नाउ एक फैक्ट है, अगैन इंडियन जोग्राफी तो क्वेश्चन आया है कि जदों भी आप टॉपिक पढ़ते हैं आप हमेशा गल करते हैं कि जेकर आप गुजरात नू देखिए ना तो गुजरात विच ना दो गल्फ आ जांदियां ने, एक ए गल्फ है एक ए गल्फ है। इनू आप कहते हैं गल्फ ऑफ कच्छ, गल्फ ऑफ कच्छ, ते इत्थे हैगी है गल्फ ऑफ खंबत। हुण की हुंदा है सोच के देखो, एक तो आउंदी है सीधी लाइन शॉर्टेस्ट डिस्टेंस, एक हुंदा है गल्फ कि हुण शेप किद्दां है कुछ इस तरीके नाल है। देखो गुजरात दी शेप कुछ इस तरीके नाल है, पहला तुसी इस तरह आए, फिर गल्फ अंदर गई, फिर गल्फ बाहर आई, फिर इदां दा कर्वेचर आया, फिर गल्फ अंदर गई, फिर गल्फ बाहर आई। जदों आपां इहदी लेंथ देखदे हां तां सब तो ज़्यादा लॉन्गेस्ट कोस्ट लाइन इंडिया दी किहड़ी स्टेट दी है? गुजरात दी, क्योंकि बहुत सारी इनंडेशंस ने, बहुत सारी इरेगुलरिटीज़ ने गुजरात दे विच, बिकॉज उत्थे दो गल्फ प्रेजेंट है, गल्फ ऑफ कच्छ ते गल्फ ऑफ खंबत। इस करके लॉन्गेस्ट कोस्ट लाइन किहदी है? गुजरात दी। ठीक है, तो सब तो पहला असी पहले ऑप्शन ते किहनूं रखना है? गुजरात। इस फैक्ट नाल ही थोड़े दो ऑप्शन गलत हो गए। ठीक है, तो सानू इसे नाल पता लग गया कि साडा जिहड़ा महाराष्ट्र हैगा है वो इत्थे टॉप ते नहीं आ रहा, ऑप्शंस विचों वो चौथे नंबर ते आ रहा। हुण गल आंदी है सेकंड नंबर ते कौन आऊगा? एक ऑप्शन बन गया तमिलनाडु, दूसरा ऑप्शन बन गया आंध्र प्रदेश। हुण तुसीं खुद देखो, ये हैगी है कोस्ट थोड़े तमिलनाडु दी ते ये हैगी है कोस्ट आंध्र प्रदेश दी। आंध्र प्रदेश की सैकेंड लॉन्गेस्ट थोड़ी कोस्ट लाइन बनती है इत्थे, बिकॉज बे ऑफ बंगाल नू फेस करता है। तो इस तरीके की स्टेट की ओरिएंटेशन है कि ओदी भी कोस्ट लाइन अच्छी खासी लंबी है। तो सैकेंड नंबर पर आता है, तीसरे नंबर पर आता है तमिलनाडु, थर्ड नंबर पर आता है तमिलनाडु, तो फोर्थ नंबर पर आता है थोड़ा महाराष्ट्र। टेंशन नहीं लेनी, ये सिंपल थोड़ा एक मैं लिस्ट बना दी है जिहदे विच कि तुसीं देख सकते हो कि सब तो वड्डी कोस्ट लाइन की दी है? गुजरात दी। दूसरे नंबर ते कौन आंदा है? आंध्र प्रदेश। तीसरे नंबर ते आंदा है तमिलनाडु, ते चौथे नंबर ते आंदा है महाराष्ट्र। हुण मैनूं ये दसो, अगली बारी जो तुहानूं आ पुछ लिया जावे कि इंडिया दी किहड़ी स्टेट है जिहदी सब तो शॉर्टेस्ट कोस्ट लाइन है, मैं मैप थोड़े सामने लेके आनी है, इंडिया दी किहड़ी स्टेट है जिहदी सब तो छोटी कोस्ट लाइन है? ये तो क्वेश्चन बहुत सिंपल हो गया। यू कैन क्लियरली सी कि गोवा ऐसी स्टेट है जिहदी सब तो शॉर्टेस्ट कोस्ट लाइन है। जेकर आप अपने आइलैंड्स की गल करिए तो आइलैंड्स दे विच सब तो लंबी कोस्ट लाइन हैगी है अंडमान एंड निकोबार आइलैंड्स दी। फाइन, सो बहुत अच्छा क्वेश्चन है, मेमोराइजेशन के उत्ते बेस्ड क्वेश्चन है। थोनों इंडिया की जो आप कोस्ट लाइन बारे पढ़ते हैं तो ये फैक्ट्स आप जरूर डिस्कस करते हैं। सो दिस इज समथिंग इंपॉर्टेंट, थोनों टॉप 4 टॉप 5 स्टेट्स का पता होना चाहिए इन टर्म्स ऑफ कोस्ट लाइन। ठीक है जी, चलो नेक्स्ट क्वेश्चन देखते हैं। अगैन वेरी इंपॉर्टेंट थीम। ये जो क्वेश्चन है साडे कोल एक थीम आता है नैचुरल वेजिटेशन। नैचुरल वेजिटेशन इंडिया दे विच किस तरीके की वेजिटेशन सानू देखने लिए मिलती है? इत्थे ने की कीता है, डिफरेंट तरह के जिहड़े वेजिटेटिव एरियाज ने वो दे दिते, जिद्दां कि किते कोई ट्रॉपिकल मॉइस्ट डेसीडुअस, मतलब ट्रॉपिकल मॉइस्ट डेसीडुअस मतलब आमूमन टैंपरेचर उत्थे हाई हुंदा है, 18 डिग्री सैल्सियस तो वध दा टैंपरेचर जिथे हुंदा है उत्थे आपां उहनूं ट्रॉपिकल एरिया कहंदे हैं। मॉइस्ट मतलब अच्छी खासी बारिश होंदी है, मॉइस्ट कंडीशंस रहंदियां ने। डेसीडुअस मतलब
ਸਾਡੇ ਕੋਲ ਸਾਲ ਵਿੱਚ 2 ਵਾਰ ਇੱਥੇ ਲੀਵਸ ਦਾ ਐਕਸਚੇਂਜ ਹੁੰਦਾ ਹੈ। ਇੱਕ ਤੁਹਾਡਾ ਗ੍ਰੀਨਿੰਗ ਪੀਰੀਅਡ ਆਉਂਦਾ ਹੈ ਤੇ ਇੱਕ ਜਿਹੜਾ ਉਹ ਪੀਰੀਅਡ ਆਉਂਦਾ ਜਿਹਦੇ ਵਿੱਚ ਕਿ ਲੀਵਸ ਝੜਦੇ ਨੇ ਤਾਂ ਡੈਸੀਡੂਅਸ ਪੈਟਰਨ ਸਾਨੂੰ ਦੇਖਣ ਲਈ ਮਿਲਦਾ ਹੈ। दूसरा है ट्रॉपिकल, अगेन गर्म एरिया है, 18 डिग्री सेल्सियस तो ज़्यादा टेम्परेचर होना चाहिए। कंपैरेटिवली ड्राई है, उन्ना मॉइस्चर अवेलेबल नहीं है तो इत्थे भी सानू डेसीडुअस पैटर्न मिलता है। पेड़ां दे जिहड़े पत्ते ने वो झड़दे ने फिर नवे आंदे ने, ये पैटर्न देखने लई मिलता है। फिर कुछ एरिया जिन्होंने आपां कहंदे लिटोरल एंड स्वैम्प। लिटोरल एंड स्वैम्प एरिया हुंदा जिथे दलदली एरिया होवे, जिथे पानी खड़ा रहे, ਉਹ ਏਰੀਆ ਜਿੱਥੇ ਮਿੱਟੀ ਦੇ ਵਿੱਚ ਪਾਣੀ ਅਕਸਰ ਖੜਾ ਰਹਿੰਦਾ ਹੈ, ਅਕਿਊਮੂਲੇਟਿਡ ਰਹਿੰਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਲਿਟੋਰਲ ਤੇ ਸਵੈਂਪ ਏਰੀਆ। ਤੇ ਫਿਰ ਆਉਂਦੇ ਆ ਤੁਹਾਡੇ ਐਲਪਾਈਨ ਫੋਰੈਸਟ ਜੋ ਕਿ ਤੁਹਾਨੂੰ ਮਾਊਂਟੇਨੀਅਸ ਏਰੀਆ, ਠੰਡੇ ਇਲਾਕੇ ਤੇ ਹਾਈ ਹਾਈਟ ਰੀਜਨ ਤੇ ਮਿਲਦੇ ਨੇ। ਇਹ 4 ਤਰ੍ਹਾਂ ਦੀਆਂ ਵੈਜੀਟੇਸ਼ਨਸ ਦੱਸਦੀਆਂ। ਨਾਲ ਦੇ ਦਿੱਤੇ ਟਰੀਜ਼, ਬੋਲਿਆ ਮੈਚ ਕਰੋ, ਦੱਸੋ ਕਿਹੜਾ ਟਰੀ ਤੁਹਾਨੂੰ ਕਿਹੜੇ ਜੰਗਲ 'ਚ ਕਿਹੜੇ ਵੈਜੀਟੇਟਿਵ ਏਰੀਆ 'ਚ ਮਿਲੇਗਾ। ठीक है जी, वेरी इंपॉर्टेंट। इसे पेपर दे विच इसे ऑप्शंस विचों एक क्वेश्चन होर बनाया पीपीएससी ने। सो इक्को ही पेपर दे विच 2 क्वेश्चन आए ने, कादे विचों नैचुरल वेजिटेशन चो इट बिकम्स इंपॉर्टेंट। तो मैं ट्रीज की डिस्कशन सब तो पहले तुहानूं दसनी चाहूंगी। सब तो पहले आंदा है अकेशिया। ਇਹ ਜਿਹੜਾ पेड़ है ना, ये ड्रॉट रेजिस्टेंट होंदा है। इट इज अ ड्रॉट रेजिस्टेंट का मतलब जिथे भी ड्राई कंडीशंस होणगियां ਉੱਥੇ ਤੁਹਾਨੂੰ ਇਹ ਪੇੜ ਮਿਲੇਗਾ। ਇਹਦੀਆਂ ਰੂਟਸ ਬਹੁਤ ਡੀਪ ਹੁੰਦੀਆਂ ਨੇ, ਇਸ ਕਰਕੇ ਇਹ ਬਹੁਤ ਡੀਪ ਜਾ ਕੇ ਕਿਤੇ ਨਾ ਕਿਤੇ ਪਾਣੀ ਲੱਭ ਹੀ ਲੈਂਦਾ ਹੈ। ਪਰ ਉੱਤੇ ਜਿੱਥੇ ਡਰਾਈ ਕੰਡੀਸ਼ਨਸ ਨੇ, ਡਰੌਟ ਹੁੰਦਾ ਹੈ, ਡਰੌਟ ਰੈਜ਼ਿਸਟੈਂਟ ਪੇੜ ਇਹ ਕਹਿਲਾਂਦਾ ਹੈ। ਤੇ ਰਾਜਸਥਾਨ, ਗੁਜਰਾਤ ਵਰਗੇ ਜਿਹੜੇ ਏਰੀਆਜ਼ ਨੇ ਜਿੱਥੇ ਕੰਡੀਸ਼ਨਸ ਕੰਪੈਰੀਟਿਵਲੀ ਡਰਾਈ ਹੁੰਦੀਆਂ ਨੇ, ਡਰੌਟ ਪ੍ਰੋਨ ਏਰੀਆਜ਼ ਜਿਹੜੇ ਨੇ, ਉੱਥੇ ਤੁਹਾਨੂੰ ਕਾਮਨਲੀ ਅਕੇਸ਼ੀਆ ਦੇਖਣ ਲਈ ਮਿਲ ਜਾਂਦਾ ਹੈ। ਦੂਸਰਾ ਆਪਸ਼ਨ ਸੀਗਾ ਸੁੰਦਰੀ। ਸੁੰਦਰੀ ਤਾਂ ਬਹੁਤ ਇੰਪੋਰਟੈਂਟ ਹੈ। ਤੁਸੀਂ ਸੁੰਦਰਬਨਸ ਡੈਲਟਾ ਬਾਰੇ ਸੁਣਿਆ ਹੋਣਾ। ਗੰਗਾ ਤੇ ਬ੍ਰਹਮਪੁੱਤਰ ਨਦੀ ਜਿੱਥੇ ਜਾकर ਬੇ ਆਫ ਬੰਗਾਲ ਨੂੰ ਮਿਲਦੀਆਂ ਨੇ। ਅਸੀਂ ਆਪਣੀ ਪਿਛਲੀ ਵੀਡੀਓ 'ਚ ਡਿਸਕਸ ਕੀਤਾ ਸੀ ਕਿ ਡੈਲਟਾ ਤੇ ਐਸਟਰੀ 'ਚ ਕੀ ਫਰਕ ਹੁੰਦਾ ਤੇ ਆਪਾਂ ਡਿਸਕਸ ਕਰਿਆ ਸੀ ਕਿ ਡੈਲਟਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਜਾ ਕੇ ਰਿਵਰ ਆਪਣੇ ਸਾਰੇ ਸੈਡੀਮੈਂਟਸ ਨੂੰ ਅਕਿਊਮੂਲੇਟ ਕਰ ਦਿੰਦੀ ਹੈ। ਗੰਗਾ ਤੇ ਬ੍ਰਹਮਪੁੱਤਰਾ ਜਿੱਥੇ ਆਪਣਾ ਡੈਲਟਾ ਬਣਾਉਂਦੇ ਨੇ, ਉੱਥੇ ਉਸ ਏਰੀਆ ਨੂੰ ਕਿਹਾ ਜਾਂਦਾ ਹੈ ਸੁੰਦਰਬਨਸ ਡੈਲਟਾ। क्यों? क्योंकि उत्थे मैंग्रोव ग्रो करते हैं, मैंग्रोव फॉरेस्ट होंदे ने ते मैंग्रोव फॉरेस्ट में जिहड़ी सब तो कॉमनली जिहड़ी स्पीशी उत्थे मिलती है उन्होंने कहते हैं सुंदरी। उस सुंदरी तो जिहड़े उत्थे मैंग्रोव्स मिलते हैं, मैंग्रोव्स की हुंदे ने तुसीं देख सकते हो। मैंग्रोव फॉरेस्ट उदां दे इलाके च मिलणगे जिथे पानी अक्यूमुलेटेड है। इन्हां दी ना रूट्स जमीन तो आसमान वाल नूं जांदियां ने, जिन्होंने आप कहते हैं एरियल रूट्स। की कहते हैं एरियल रूट्स। नॉर्मली पेड्स की रूट, पेड़ां की रूट की होंदी है थोड़ी जमीन के अंदर जाती है, क्योंकि इत्थे पानी इन्ना भरिया होया हुंदा मिट्टी दे विच, रूट सफोकेट कर जाणगियां, रूट्स डाई कर जाणगियां। इस करके रूट्स जमीन विच जाके वापस हवा दे विच आंदियां ने ताकि उन्हां नूं एटमॉस्फेयर तो ऑक्सीजन मिल सके ते रूट्स ब्रीथ कर सकण। ये फीचर हुंदा है जिहदे करके इन्ने वाटर लॉग्ड एरिया विच भी मैंग्रोव्स ग्रो करदे ने। दैट इज द रीजन क्योंकि इन्हां दियां एरियल रूट्स हुंदियां ने। ਤੇ ਸਭ ਤੋਂ ਕਾਮਨਲੀ ਪਾਣ ਵਾਲੀ ਜਿਹੜੀ ਸਪੀਸ਼ੀ ਹੈਗੀ ਉਹਦਾ ਨਾਮ ਹੈਗਾ ਸੁੰਦਰੀ। ਇਸ ਕਰਕੇ ਇੰਦਸ ਤੇ ਗੰਗਾ ਤੇ ਬ੍ਰਹਮਪੁੱਤਰ ਦੇ ਡੈਲਟਾ ਨੂੰ ਸੁੰਦਰਬਨਸ ਡੈਲਟਾ ਕਿਹਾ ਜਾਂਦਾ ਹੈ ਤੇ ਉੱਥੇ ਮਿਲਣ ਵਾਲਾ ਪੇੜ ਕਿਹੜਾ ਹੈ? ਸੁੰਦਰੀ ਦਾ ਪੇੜ ਹੈ। ਫਿਰ ਆ ਜਾਂਦਾ ਹੈ ਬੈਂਬੂ। ਬੈਂਬੂ ਸਾਨੂੰ ਬੇਸਿਕਲੀ रेन फॉरेस्ट जिथे बेसिकली ज़्यादा बारिश हो रही है, मॉइस्ट कंडीशंस हैं, जिदा कि नॉर्थ ईस्ट इंडिया, सेंट्रल इंडिया जिथे अच्छी खासी मॉइस्ट कंडीशंस होंदियां ने, उत्थे तुहानूं बैम्बू देखण लई मिलदा है। ते लास्ट हैगा तुहाडा जूनिपर जो कि कोल्ड क्लाइमेट, हाइट वध रही है, थिन एटमॉस्फेयर हैगा, ठंडा इलाका है, हाइट ज़्यादा है, उत्थे तुहानूं जूनिपर मिलदा है। हुण जे आपां मैच करन ते आईए ਤਾਂ ਐਕੇਸ਼ੀਆ ਕਿੱਥੇ ਮਿਲੂਗਾ? ਡਰਾਈ ਕੰਡੀਸ਼ਨਸ ਦੇ ਵਿੱਚ। ਤਾਂ ਡਰਾਈ ਦਾ ਇੱਕੋ ਹੀ ਆਪਸ਼ਨ ਹੈ ਸਾਡੇ ਕੋਲ, ਟ੍ਰੋਪੀਕਲ ਡਰਾਈ ਡੈਸੀਡੂਅਸ। ਸੁੰਦਰੀ ਕਿੱਥੇ ਮਿਲੇਗਾ? ਜਿੱਥੇ ਪਾਣੀ ਖੜਾ ਹੈ, ਵਾਟਰ ਲੌਗਡ ਏਰੀਆਜ਼ ਜੋ ਕਿ ਕਿੱਥੇ ਹੈ? ਲਿਟੋਰਲ ਤੇ ਸਵੈਂਪਸ 'ਚ। ਬੈਂਬੂ ਕਿੱਥੇ ਮਿਲੇਗਾ? ਜਿੱਥੇ ਬਾਰਿਸ਼ ਬਹੁਤ ਹੋ ਰਹੀ ਹੈ, ਔਰ ਉਹ ਬਾਰਿਸ਼ ਕਿੱਥੇ ਹੋ ਰਹੀ ਹੈ? ਟ੍ਰੋਪੀਕਲ ਮੋਇਸਟ ਡੈਸੀਡੂਅਸ ਦੇ ਵਿੱਚ। ਤੇ ਜੂਨੀਪਰ ਕਿੱਥੇ ਮਿਲੇਗਾ? ਜਿੱਥੇ ਹੋਊਗਾ ਐਲਪਾਈਨ, ਮਾਊਂਟੇਨੀਅਸ ਏਰੀਆ, ਕੋਲਡ ਕਲਾਈਮੇਟ, ਥਿਨ ਐਟਮॉस्फेयर।
ਤਾਂ ਜੇਕਰ ਆਪਾਂ ਇਹਨਾਂ ਨੂੰ ਮੈਚ ਕਰੀਏ ਤਾਂ ਆਪਸ਼ਨ ਬੀ ਸਾਡੇ ਕੋਲ ਇੱਥੇ ਸਹੀ ਬੈਠਦਾ ਹੈ। ਅਗੇਨ ਵੈਰੀ ਹਾਈ ਯੀਲਡਿੰਗ ਟੌਪਿਕ ਫॉर योर एग्जाम। ਨੈਚੁਰਲ ਵੈਜੀਟੇਸ਼ਨ ਆਫ ਇੰਡੀਆ ਤੋਂ ਬਹੁਤ ਬਾਰ ਪੀਪੀਐਸਸੀ ਨੇ ਕੁਐਸਚਨ ਪੁੱਛਿਆ ਹੈ। ਨੈਕਸਟ ਕੁਐਸਚਨ ਹੀ ਅਗੇਨ ਨੈਚੁਰਲ ਵੈਜੀਟੇਸ਼ਨ ਤੋਂ ਹੀ ਆਇਆ ਹੈ। ਕੁਐਸਚਨ ਤੁਹਾਨੂੰ ਪੁੱਛਿਆ ਹੈ ਵਿਚ ਆਫ ਦ ਫॉलोइंग ਸਟੇਟਮੈਂਟਸ ਅਬਾਊਟ ਮੈਂਗਰੋਵ ਫॉरेस्ट इज इनकरेक्ट। चार स्टेटमेंट्स दित्तियां ने, मैंग्रोव बारे केड़ी स्टेटमेंट सही नहीं है। मैंग्रोव इकोसिस्टम थोड़े पेपर ਲਈ बहुत ज्यादा इंपॉर्टेंट है। मैंग्रोव्स ਉਹ फॉरेस्ट ने जिथे भी वाटर लॉक्ड कंडीशंस ने, चाहे वो डेल्टा है चाहे थोड़ा वो टाइडल एरिया है, उत्थे ਤੁਹਾਨੂੰ मैंग्रोव्स देखने ਲਈ मिल जाते हैं। मैंग्रोव्स ਦਾ फीचर ही यही ਹੁੰਦਾ है कि ਇੱਥੇ एरियल रूट्स प्रेजेंट ਹੁੰਦੀਆਂ ਨੇ, ਇਦਾਂ ਦੀਆਂ रूट्स जो कि ਸੋਇਲ ਤੋਂ ਹਵਾ ਵੱਲ ਨੂੰ ਜਾ ਰਹੀਆਂ ਹੋਣ ਉਲਟੀ डायरेक्शन। ਇਹਨੂੰ ਨਿਮੈਟੋਫੋਰਸ ਕਹਿ ਦਿੰਦੇ ਆ। ਫਿਲਹਾਲ ਹਜੇ ਮੈਂ ਨਹੀਂ ਦੱਸੂਗੀ, ਹੈਵੀ ਹੋ ਜਾਏਗਾ। ਤੁਸੀਂ ਇਹਦਾ ਕਾਮਨ ਨਾਮ ਯਾਦ ਕਰ ਸਕਦੇ ਹੋ ਕਿ ਇਹਨਾਂ ਨੂੰ एरियल रूट्स ਕਹਿੰਦੇ ਆ ਜੋ ਕਿ ਸੋਇਲ ਤੋਂ ਅਪਵਰਡ ਜਾ ਰਹੀਆਂ ਨੇ। ਸਾਇੰਟੀਫਿਕਲੀ ਆਪਾਂ ਇਹਨਾਂ ਨੂੰ न्यूमैटोफोर्स भी आप इन्हां नूं कह सकते हैं। न्यूमैटोफोर्स होर कुछ नहीं है, दिस इज अनदर वर्ड फॉर योर एरियल रूट्स कि रूट्स साह लैण वास्ते, ब्रीथ करन वास्ते दोबारा किथे आ रही ने, अपवर्ड्स जा रही ने। क्योंकि सॉइल च इन्ना पानी हुंदा, सॉइल डज नॉट हैव ऑक्सीजन, इस करके इन्हां नूं वापस हवा दे विच आना पैंदा है ऑक्सीजन लैण वास्ते। सुंदरी यू नो इज एन इंपॉर्टेंट ट्री जो कि सुंदरबंस च मिलता है, इंपॉर्टेंट मैंग्रोव स्पीशी। हुण एक एक करके स्टेटमेंट्स दित्तियां गईयां ने। मैंग्रोव्स बार बार क्वेश्चन च आंदे भी ने बिकॉज मैंग्रोव्स बहुत न्यूज़ च भी रहिंदे ने ते इकोलॉजिकली मैंग्रोव्स बहुत इंपॉर्टेंट है। कोस्टल एरिया दे विच इरोजन ना होवे, साइक्लोन्स जदों आंदे हैं तो जिहड़ा पानी भर के आंदा है, मैंग्रोव्स उन्होंने रोकते हैं। मैंग्रोव्स काफ़ी ज़्यादा कार्बन नूं एब्जॉर्ब करते हैं, बायोडाइवर्सिटी लिए बहुत जरूरी ने, इस करके मैंग्रोव एक इंपॉर्टेंट टॉपिक बन जाता है। हुण स्टेटमेंट देखते हैं। पहली स्टेटमेंट कह रहे हैं द वुड ऑफ सुंदरी ट्री जो कि मैंग्रोव की एक प्रजाति है, इट इज़ यूज्ड एज फायरवुड एंड फॉर कंस्ट्रक्शन ऑफ बोट्स। कह रहे हैं कि सुंदरी ट्री नूं फायरवुड ते बोट्स की कंस्ट्रक्शन वास्ते यूज करते हैं। ठीक है जी। रूट्स ऑफ सुंदरी ट्री मस्ट बी सबमर्ज्ड इन सॉल्ट वाटर। ये सानू समझ आया कि ताही तो आप देख रहे हैं कि साडे कोल किस तरीके नाल ये जिहड़ी रूट्स हैं हवा विच जा रही ने, तो ये स्टेटमेंट तो सही है। फिर कह रहे हैं सुंदरी ट्रीज ग्रो इन लो लाइंग कोस्टल एरिया, ये भी सही है। आप हुणी देखिया कि पानी एक्यूमुलेटेड होना चाहिए, वो चाहे डेल्टा होवे, एस्चुरी होवे, टाइडल एरिया होवे, तो उत्थे वाटर जिहड़ा हैगा प्रेजेंट होना चाहिए। ठीक है। फिर चौथा ऑप्शन है द वुड ऑफ सुंदरी ट्री इज आइडियल फॉर मेकिंग पल्प एंड पेपर। हुण तुसीं देखो दोनों स्टेटमेंट्स कॉन्ट्राडिक्टरी है। एक स्टेटमेंट आ कह रही है कि ये जिहड़ी ट्री दी वुड है ये इन्नी स्ट्रोंग है कि इनू आपां कंस्ट्रक्शन लई, बोट मेकिंग लई, फायरवुड लई यूज कर रहे हैं, तो दूसरे पासे कह रहे हैं कि इन्हां नू आपां पल्प बनाने वास्ते यूज कर रहे हैं, पेपर बनाने वास्ते यूज कर रहे हैं। नाउ दिस इज रॉन्ग। या तो थोड़ा जिहड़ा ट्री है वो स्ट्रोंग होएगा कि कंस्ट्रक्शन पर्पस वास्ते जा रहा है, या फिर तुसीं उहदा पल्प कढ के उहदे विचों पेपर बना रहे हो। ठीक है। सही आंसर दे विच ये है कि सुंदरी ज्यादातर कंस्ट्रक्शन पर्पस ਲਈ यूज ਹੁੰਦੀ है। इट इज नॉट, ਤੁਸੀਂ ਬਣਾ ਸਕਦੇ ਹੋ ਪਲਪ, ਤੁਸੀਂ ਪੇਪਰ ਬਣਾ ਸਕਦੇ ਹੋ ਪੇਟ ਤੋਂ, ਲੇਕਿਨ ਇਟ ਇਜ਼ ਮੋਰ ਵੈਲਿਊਡ, ਇਟ ਇਜ਼ ਮੋਰ ਫੇਮਸ ਫॉर ਕੰਸਟਰਕਸ਼ਨ ਆਫ ਬੋਟਸ ਦੈਨ ਦ ਪਲਪ ਐਂਡ पेपर। ਇਸ ਕਰਕੇ ਪਹਿਲੀ ਸਟੇਟਮੈਂਟ ਸਹੀ ਹੈ, ਚੌਥੀ ਸਟੇਟਮੈਂਟ ਸਹੀ ਨਹੀਂ ਹੈ। पेपर च की पूछा थानू केड़ी स्टेटमेंट सही नहीं है, तो ऑप्शन डी जिहड़ा है दैट इज नॉट राइट। ठीक है जी। चलो हुण आंदा है अपना नेक्स्ट क्वेश्चन जो कि मैप बेस्ड क्वेश्चन है। हर पेपर च मैप बेस्ड क्वेश्चन पूछा गया। पिछली वीडियो च आपां स्ट्रेट्स ते चैनल्स की गल कीती सी, ते अज तुहाडे कोल फिर एक क्वेश्चन आ जांदा है। कहा गया है कि विच आइलैंड ग्रुप आर सैपरेटेड बाय 10 डिग्री चैनल। 10 डिग्री चैनल किहड़े आइलैंड्स नूं सैपरेट करता है, वेरी इंपॉर्टेंट। इहदे लई मैं तुहानूं इस मैप वल लेकर जाना चाहूँगी। हुण देखो की बोलिया गया है 10 डिग्री चैनल, इनू समझ लेंदे हैं। बेसिकली साडी अर्थ है ना, जो अर्थ दे उत्ते असी बहुत सारियां कुछ इमेजिनरी लाइन्स ड्रॉ करते हैं। असी मान लेंदे कि वो लाइन जो सेंटर तो पास करती है वो होगी साडी 0 डिग्री, जिन्हों असी कहते हैं इक्वेटर। तो इस तो बाद जिवें जिवें वो सेंटर तो जिन्ने डिग्री का एंगल बनाते हैं
ਅਸੀਂ ਉਸ ਤਰੀਕੇ ਨਾਲ ਉਸ ਡਿਗਰੀ ਨੂੰ ਨਾਮ ਦੇਣਾ ਸ਼ੁਰੂ ਕਰ ਦਿੰਦੇ ਹਾਂ। ਅਲਟੀਮੇਟਲੀ ਸਾਡੇ ਕੋਲ ਆਂਦਾ ਹੈ ਇੱਥੇ 90 ਡਿਗਰੀ। ਜੇਕਰ ਸੈਂਟਰ ਤੋਂ ਨਾਰਥ ਵਿੱਚ ਹੈ, ਇਕੁਏਟਰ ਤੋਂ ਨਾਰਥ ਵਿੱਚ ਹੈ, ਤਾਂ ਆਪਾਂ ਇੱਥੇ ਲਗਾ ਦਿੰਦੇ ਹਾਂ 90 ਡਿਗਰੀ ਨਾਰਥ। 1 ਡਿਗਰੀ ਨਾਰਥ, 2 ਡਿਗਰੀ ਨਾਰਥ, 20 ਡਿਗਰੀ ਨਾਰਥ, 60 ਡਿਗਰੀ ਨਾਰਥ, 90 ਡਿਗਰੀ ਨਾਰਥ। ਬੇਸਿਕਲੀ 1 ਡਿਗਰੀ ਤੋਂ ਲੈ ਕੇ 90 ਡਿਗਰੀ ਤੱਕ ਤੁਹਾਡੇ ਕੋਲ ਨਾਰਥ ਵਿੱਚ ਹੋਊਗਾ, ਤੇ ਇਸੇ ਤਰੀਕੇ ਨਾਲ ਤੁਹਾਡੇ ਕੋਲ ਸਾਊਥ ਵਿੱਚ ਵੀ ਇਹ ਇਮੈਜਿਨਰੀ ਲਾਈਨਸ ਹੋਣਗੀਆਂ। ਹੁਣ ਕੀ ਹੈ, ਸਾਡੇ ਕੋਲ ਇੱਥੇ ਕੁਝ ਵਾਟਰ ਬੋਡੀਜ਼ ਹੈ, ਤੇ ਇੱਥੋਂ ਕੁਝ ਇਮੈਜਿਨਰੀ ਲੈਟੀਟਿਊਡ ਜਿਹੜਾ ਹੈਗਾ ਉਹ ਪਾਸ ਕਰਦਾ ਪਿਆ ਹੈ। ਤਾਂ ਇਹਨਾਂ ਵਾਟਰ ਬੋਡੀਜ਼ ਦਾ ਨਾਮ ਅਸੀਂ ਇਸ ਲੈਟੀਟਿਊਡ ਦੇ ਬੇਸਿਸ ਤੇ ਹੀ ਰੱਖ ਦਿੱਤਾ। ਜਿੱਦਾਂ ਕਿ ਇਹ ਹੈਗਾ ਤੁਹਾਡਾ ਅੰਡਮਾਨ ਐਂਡ ਨਿਕੋਬਾਰ ਆਈਲੈਂਡ। ਇੱਥੇ ਹੈਗੇ ਆ ਅੰਡਮਾਨ, ਇੱਥੇ ਹੈਗਾ ਨਿਕੋਬਾਰ। ਅੰਡਮਾਨ ਤੇ ਨਿਕੋਬਾਰ ਦੇ ਵਿੱਚ ਆ ਵਾਟਰ ਬੋਡੀ ਹੈ, ਤੇ ਇੱਥੇ ਇੱਕ ਇੰਪੋਰਟੈਂਟ ਲੈਟੀਟਿਊਡ ਪਾਸ ਕਰਦਾ ਹੈ ਜਿਹਦਾ ਨਾਮ ਹੈਗਾ 10 ਡਿਗਰੀ। ਇਸ ਕਰਕੇ ਅਸੀਂ ਇਸ ਵਾਟਰ ਬੋਡੀ ਦਾ ਨਾਮ ਹੀ ਕੀ ਰੱਖ ਦਿੱਤਾ, 10 ਡਿਗਰੀ ਚੈਨਲ। 10 ਡਿਗਰੀ ਕਿੱਥੋਂ ਆਇਆ? ਇਟ ਇਜ਼ ਫਰੋਮ ਦ ਲੈਟੀਟਿਊਡ। ਜਿਹੜੇ ਲੈਟੀਟਿਊਡ ਉੱਥੋਂ ਪਾਸ ਕਰਦਾ, ਦੇਖੋ ਲੈਟੀਟਿਊਡ ਸਾਡੀ ਅਰਥ ਤੇ ਉੱਤੇ ਲਾਈਨਾਂ ਨਹੀਂ ਵੱਜੀਆਂ ਹੋਈਆਂ, ਇਹ ਅਸੀਂ ਮਾਰੀਆਂ ਨੇ, ਇਮੈਜਿਨਰੀ ਨੇ, ਜਿਹਦੇ ਨਾਲ ਕਿ ਅਸੀਂ ਲੋਕੇਸ਼ਨ ਨੂੰ ਟਰੈਕ ਕਰ ਪਾਉਂਦੇ ਹਾਂ। ਠੀਕ ਹੈ ਜੀ। ਤਾਂ 10 ਡਿਗਰੀ ਚੈਨਲ ਕੀ ਹੈ, ਜਿੱਥੋਂ 10 ਡਿਗਰੀ ਨਾਰਥ ਦਾ ਲੈਟੀਟਿਊਡ ਪਾਸ ਕਰਦਾ ਹੈ, ਉੱਥੇ ਜਿਹੜੀ ਵਾਟਰ ਬੋਡੀ ਉਹਨੂੰ ਅਸੀਂ ਕੀ ਨਾਮ ਦੇ ਦਿੱਤਾ, 10 ਡਿਗਰੀ ਚੈਨਲ ਦਾ ਨਾਮ ਦੇ ਦਿੱਤਾ। 10 ਡਿਗਰੀ ਚੈਨਲ ਕਿਹੜੇ ਆਈਲੈਂਡਸ ਨੂੰ ਸੈਪਰੇਟ ਕਰਦਾ ਹੈ? ਅੰਡਮਾਨ ਤੇ ਨਿਕੋਬਾਰ। ਜਿੱਦਾਂ 10 ਡਿਗਰੀ ਇੰਪੋਰਟੈਂਟ ਹੈ, ਉਦਾਂ ਹੀ 8 ਡਿਗਰੀ ਚੈਨਲ ਵੀ ਇੰਪੋਰਟੈਂਟ ਹੈ। 8 ਡਿਗਰੀ ਚੈਨਲ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹਦੇ ਨਾਰਥ ਵਿੱਚ ਹੈ ਲਕਸ਼ਦ੍ਵੀਪ ਦਾ ਆਈਲੈਂਡ, ਜਿਹਨੂੰ ਕਹਿੰਦੇ ਆ ਮਿਨੀਕੋਏ। ਤੁਹਾਨੂੰ ਪਤਾ ਹੈ ਲਕਸ਼ਦ੍ਵੀਪ ਇੰਡੀਆ ਦਾ ਆਈਲੈਂਡ ਹੈ, ਤੇ ਲਕਸ਼ਦ੍ਵੀਪ ਦਾ ਸਭ ਤੋਂ ਸਾਊਥ ਵਿੱਚ ਜਿਹੜਾ ਆਈਲੈਂਡ ਪੈਂਦਾ ਹੈ ਉਹਦਾ ਨਾਮ ਹੈ ਮਿਨੀਕੋਏ। ਤੇ ਮਿਨੀਕੋਏ ਤੇ ਮਾਲਦੀਵਸ ਦੇ ਵਿਚਕਾਰ ਜਿਹੜਾ ਪੈਸੇਜ ਹੈ, ਜਿਹੜਾ ਚੈਨਲ ਹੈ, ਉਹਨੂੰ ਆਪਾਂ ਕਹਿੰਦੇ ਆ 8 ਡਿਗਰੀ ਚੈਨਲ। ਤੇ ਜੇ ਪੀਪੀਐਸਸੀ ਤੁਹਾਨੂੰ ਇਹ ਪੁੱਛ ਸਕਦੀ ਹੈ ਕਿ 10 ਡਿਗਰੀ ਚੈਨਲ ਕਿਹੜੇ ਆਈਲੈਂਡ ਦੇ ਨੂੰ ਸੈਪਰੇਟ ਕਰਦਾ ਹੈ, ਕਿੱਥੋਂ ਪਾਸ ਕਰਦਾ ਹੈ, ਜਿਹਦਾ ਆਨਸਰ ਹੈਗਾ ਹੈ ਅੰਡਮਾਨ ਤੇ ਨਿਕੋਬਾਰ, ਤਾਂ ਫਿਊਚਰ 'ਚ ਪੀਪੀਐਸਸੀ ਇਹ ਵੀ ਪੁੱਛ ਸਕਦੀ ਹੈ ਕਿ 8 ਡਿਗਰੀ ਚੈਨਲ ਕਿਹਦੇ ਵਿੱਚ ਲਾਈ ਕਰਦਾ ਹੈ, ਜਿਹਦਾ ਆਨਸਰ ਹੈਗਾ ਹੈ ਮਿਨੀਕੋਏ ਤੇ ਮਾਲਦੀਵਸ। ਫਿਰ ਤੁਹਾਨੂੰ ਪੀਪੀਐਸਸੀ 9 ਡਿਗਰੀ ਚੈਨਲ ਵੀ ਪੁੱਛ ਸਕਦੀ ਹੈ। 9 ਡਿਗਰੀ ਚੈਨਲ ਜਿਹੜਾ ਹੈਗਾ ਉਹ ਲਾਈ ਕਰਦਾ ਹੈ ਲਕਸ਼ਦ੍ਵੀਪ ਦੇ ਹੋਰ ਆਈਲੈਂਡਸ ਤੇ ਮਿਨੀਕੋਏ ਦੇ ਵਿਚਕਾਰ ਲਾਈ ਕਰਦਾ ਹੈ 9 ਡਿਗਰੀ ਚੈਨਲ। So these were some important things. 9 ਡਿਗਰੀ ਚੈਨਲ ਲਕਸ਼ਦ੍ਵੀਪ ਤੇ ਮਿਨੀਕੋਏ ਨੂੰ ਸੈਪਰੇਟ ਕਰਦਾ ਹੈ। 8 ਡਿਗਰੀ ਚੈਨਲ ਮਿਨੀਕੋਏ ਤੇ ਮਾਲਦੀਵਸ ਨੂੰ ਸੈਪਰੇਟ ਕਰਦਾ ਹੈ। 10 ਡਿਗਰੀ ਚੈਨਲ ਅੰਡਮਾਨ ਤੇ ਨਿਕੋਬਾਰ ਨੂੰ ਸੈਪਰੇਟ ਕਰਦਾ ਹੈ। Is that clear? ਤਾਂ ਇੱਥੋਂ ਸਾਨੂੰ ਸਮਝ ਆ ਰਿਹਾ ਹੈ ਕਿ ਮਿਨਰਲਸ ਤੋਂ ਕੁਐਸਚਨ ਪੁੱਛ ਰਹੇ ਹੈ, ਰਿਵਰਸ ਤੋਂ ਕੁਐਸਚਨ ਪੁੱਛ ਰਹੇ ਹੈ, ਨੈਚੁਰਲ ਵੈਜੀਟੇਸ਼ਨ ਤੋਂ ਕੁਐਸਚਨ ਪੁੱਛ ਰਹੇ ਹੈ, ਮੈਪਸ ਤੋਂ ਕੁਐਸਚਨ ਪੁੱਛ ਰਹੇ ਨੇ। ਇਹ ਸਾਰੇ ਹਾਈ ਯੀਲਡ ਟੌਪਿਕ ਨੇ ਸਾਡੇ ਇਸ ਪੇਪਰ ਦੇ ਲਈ, ਜਿਨ੍ਹਾਂ ਨੂੰ ਸਾਨੂੰ ਬਹੁਤ ਧਿਆਨ ਦੇ ਨਾਲ ਕਵਰ ਕਰਨ ਦੀ ਲੋੜ ਹੈ। ਸੋ that is all from my side. ਇਹਦੇ ਨਾਲ ਸਾਡਾ ਅੱਜ ਦਾ ਇਹ ਟੌਪਿਕ ਖਤਮ ਹੁੰਦਾ ਹੈ। And we have covered 2017 ਦੇ geography ਦੇ questions ਅਸੀਂ ਸਾਰੇ cover ਕਰ ਚੁੱਕੇ ਹਾਂ। If you have any doubt, feel free ਕਿ ਤੁਸੀਂ comment section ਵਿੱਚ ਲਿਖੋ। ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ, if you have any doubts, any query, that too please write in the comment section and I will see you all in my next one. ਅਗਲੀ ਵੀਡੀਓ ਵਿੱਚ ਮਿਲਦੇ ਹਾਂ next topic ਦੇ ਨਾਲ, ਜੋ ਕਿ ਤੁਹਾਡੀ exam preparation ਵਿੱਚ ਤੁਹਾਡੀ help ਕਰੇਗਾ। So that is all from my side. Thank you so much for watching.